अर्जन काया पलट के मूर्त हर गोबिंद सवारी चली पीड़ी सोटियां 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 दल पंजना गुर सूरमा बट जोदा बहो पर उपकारी आनंद गुण निदान गुरु गरीब निवाज जियो जपना जी सतनाम श्री वाहे गुरु जी।
ਗੁਰਸਿੱਖ ਮਾਲਾ ਫੇਰਦੇ, ਬੈਠੇ ਵਿੱਚ ਸੰਗਤ ਦੇ ਸੰਤ ਸਰੂਪ ਬਣਾ ਕੇ, ਜਿਨ੍ਹਾਂ ਗੱਲ ਨੂੰ ਵਿੱਚ ਮੈਦਾਨੇ ਤੇ ਗਵਾਉਣੀਆਂ ਸੱਚ ਆਖਾਂ, ਬੈਠੇ ਵਿੱਚ ਸਭਾ ਦੇ ਮੁਸ਼ੀ ਵੱਟ ਚੜਾ ਕੇ। ਜਿਨ੍ਹਾਂ ਗੱਲ ਨੂੰ ਵਿੱਚ ਮੈਦਾਨੇ ਤੇ ਗਵਾਉਣੀਆਂ, ਬੈਠੇ ਵਿੱਚ ਸਭਾ ਦੇ ਮੁਸ਼ੀ ਵੱਟ ਚੜਾ ਕੇ, ਡਾਢੀ ਨੱਥਾ ਤੇ ਅਬਦੁੱਲਾ ਵਾਰਾਂ ਗਾਉਂਦੇ ਨੇ ਸੱਚ ਆਖਾਂ, ਕੀਤੇ ਪਹਿਰ ਗੁਰਾਂ ਦੀ ਵਿੱਚ ਹਜ਼ੂਰੀ ਆ ਕੇ। ਡਾਢੀ ਨੱਥਾ ਤੇ ਅਬਦੁੱਲਾ ਵਾਰਾਂ ਗਾਉਂਦੇ ਨੇ, ਤੀਜੇ ਪਹਿਰ ਗੁਰਾਂ ਦੀ ਵਿੱਚ ਹਜ਼ੂਰੀ ਆ ਕੇ, ਡੰਡੇ ਝੂਲਣ ਤੋਂ ਕੌਂਸੇ ਵੱਜਣ ਤਖਤ ਅਕਾਲ ਦੇ ਸੱਚ ਆਖਾਂ, ਤੇ ਸ਼ਿਕਾਰ ਖੇਡਦੇ ਫੌਜਾਂ ਨਾਲ ਚੜਾ ਕੇ। ਡੰਡੇ ਝੂਲਣ ਤੋਂ ਸੇ ਵੱਜਣ ਤਖਤ ਅਕਾਲ ਦੇ, ਕਦੇ ਸ਼ਿਕਾਰ ਖੇਡਦੇ ਫੌਜਾਂ ਨਾਲ ਚੜਾ ਕੇ। ਕਿਹੜੀਆਂ ਕਿਹੜੀਆਂ ਸਿਫਤਾਂ ਗਾਵਾਂ ਮੈਂ ਕੁਲਵੰਤ ਸਿਆ ਸੱਚ ਆਖਾਂ, ਬੈਠਾ ਆਪ ਰੱਬ ਹੈ ਮਾਨ ਸਰੂਪ ਬਣਾ ਕੇ, ਬੈਠਾ ਆਪ ਰੱਬ ਹੈ ਮਾਨ ਸਰੂਪ ਬਣਾ ਕੇ। ਮੈਂ ਹੱਥ ਬੰਨਦਾ ਤੇ ਦਸ ਅਰਜ਼ਾਂ ਕਰਦਾ ਤੇਰੀਆਂ, ਮੰਗ ਲੈ ਸੰਗਤੇ ਮੇਰੀਆਂ, ਸਭ ਸੰਗਤ ਕਹਿ ਦਿਓ ਵਾਹਿਗੁਰੂ, ਦਾਸਾਂ ਦੀ ਫੇਰ ਬੇਨਤੀ ਗੱਜ ਕੇ ਕਹਿ ਦਿਓ ਵਾਹਿਗੁਰੂ ਜੀ, ਸ਼੍ਰੀ ਵਾਹਿਗੁਰੂ। ਵਾਹਿਗੁਰੂ। ਸਮੁੱਚੀ ਕਾਇਨਾਤ ਦੇ ਸਰਵਰ, ਕੁੱਲ ਜਹਾਨ ਦੇ ਵਾਲੀ, ਸਾਹਿਬ ਕਮਾਲ, ਚਵਰ ਛਤਰ ਤਖਤ ਦੇ ਮਾਲਕ ਸਤਿਗੁਰੂ ਸਾਹਿਬ, ਸਤਿਗੁਰੂ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਵਿੱਚ ਜੁੜ ਬੈਠੇ ਸਤ ਸੰਗੀ ਜਨੋ, ਜਗਤ ਸਤਿਗੁਰੂ ਧੰਨ ਧੰਨ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਮਹਾਰਾਜ ਜੀ ਦੀ ਪਾਵਨ ਪਵਿੱਤਰ ਅਲਾਹੀ ਅਤੇ ਅਗੰਮੀ ਜੋਤ ਦੇ ਛੇਵੇਂ ਵਾਰਸ, ਮੀਰੀ ਪੀਰੀ ਦੇ ਮਾਲਕ, ਦਲ ਭੰਜਨ ਗੁਰ ਸੂਰਮੇ ਜੋਧੇ ਸਤਿਗੁਰੂ ਸ਼੍ਰੀ ਅਕਾਲ ਤਖਤ ਸਾਹਿਬ ਕੇ ਸਿਰਜਕ ਸਾਹਿਬ ਸਤਿਗੁਰੂ ਧੰਨ ਧੰਨ ਸਾਹਿਬ ਸ੍ਰੀ ਗੁਰੂ ਮਹਾਬਲੀ ਪਾਤਸ਼ਾਹ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਵੱਲੋਂ ਬਖਸ਼ਿਸ਼ ਕੀਤੀ ਹੋਈ ਢਾਡੀ ਕਲਾ ਦੀ ਇਸ ਵੱਡਮੁੱਲੀ ਅਤੇ ਉੱਤਮ ਸੰਗੀਤਕ ਰਵਾਇਤ ਰਾਹੀਂ ਸਤਿਗੁਰਾਂ ਦੇ ਜੀਵਨ ਇਤਿਹਾਸ ਦੇ ਕੁਝ ਕੁ ਪਹਿਲੂ ਅਤੇ ਕੁਝ ਕੁ ਚੋਜ ਮੇਰੇ ਚੋਜੀ ਪ੍ਰੀਤਮ ਪਾਤਸ਼ਾਹ ਮਹਾਰਾਜ ਜੀ ਦੇ ਪਾਤਸ਼ਾਹ ਵੱਲੋਂ ਬਖਸ਼ਿਸ਼ ਕੀਤੀ ਹੋਈ ਇਸ ਢਾਡੀ ਕਲਾ ਦੇ ਰਾਹੀਂ ਸੰਗਤ ਦੇ ਸਨਮੁਖ ਪ੍ਰਾਰੰਭ ਕਰਨ ਤੋਂ ਪਹਿਲਾਂ ਕੁਝ ਕਹਿਣ ਦੀ ਅਸੀਸ ਬਖਸ਼ੋ।
ਖਾਲਸਾਈ ਰਵਾਇਤ ਰਾਹੀਂ ਫਤਿਹ ਅਰਜ਼ ਕਰੋ। ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਦਾਸਾਂ ਤੋਂ ਪਹਿਲਾਂ ਗੁਰੂ ਖਾਲਸਾ ਪੰਥ ਅੰਦਰ ਸੰਗਤ ਦਾ ਸਤਿਕਾਰਿਆ ਅਤੇ ਨਵਾਜਿਆ ਹੋਇਆ ਢਾਡੀ ਜਥਾ ਗਿਆਨੀ ਮਿਲਖਾ ਸਿੰਘ ਜੀ ਮੌਜੀ, ਜਿਨ੍ਹਾਂ ਨੂੰ ਸਵਰਗਵਾਸੀ ਢਾਡੀ ਗਿਆਨੀ ਸੋਹਣ ਸਿੰਘ ਜੀ ਸੀਤਲ ਤਿੰਨਾਂ ਦੀ ਵੰਸ਼ ਵਿੱਚੋਂ ਹੋਣ ਦਾ ਮਾਣ ਹਾਸਲ ਹੈ। ਤਿੰਨਾਂ ਨੇ ਸਤਿਗੁਰੂ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਵੱਲੋਂ ਸ੍ਰੀ ਅਕਾਲ ਤਖਤ ਸਾਹਿਬ ਦੀ ਸਿਰਜਣਾ ਅਤੇ ਸ੍ਰੀ ਅਕਾਲ ਤਖਤ ਸਾਹਿਬ ਦੀ ਸੰਪੂਰਨਤਾ ਅਤੇ ਸ੍ਰੀ ਅਕਾਲ ਤਖਤ ਸਾਹਿਬ ਦੇ ਉਸ ਸਿਧਾਂਤਕ ਪਹਿਲੂ ਦਾ ਅਤੇ ਸੱਚਖੰਡ ਸ੍ਰੀ ਅਕਾਲ ਤਖਤ ਸਾਹਿਬ ਦੇ ਨਾਲ ਇਸ ਸੰਸਾਰ ਉੱਪਰ ਅਤੇ ਸਿੱਖ ਧਰਮ ਦੇ ਅੰਦਰ ਸਤਿਕਾਰੀ ਗਈ ਉਸ ਢਾਡੀ ਕਲਾ ਦਾ ਮਹਾਨ ਜ਼ਿਕਰ ਆਪ ਜੀ ਦੇ ਸਨਮੁਖ ਕੀਤਾ। ਗਿਆਨੀ ਜੀ ਦੇ ਵੱਲੋਂ ਇਸ ਜੋ ਪ੍ਰਕਰਨ ਉਹਨਾਂ ਨੇ ਆਪ ਜੀ ਦੇ ਨਾਲ ਸਾਂਝਾ ਕੀਤਾ, ਇਸੇ ਹੀ ਇਤਿਹਾਸਕ ਪ੍ਰਕਰਨ ਨੂੰ ਅਗਾਂਹ ਅਗੇਤਰ ਤੋਰਦਿਆਂ ਹੋਇਆਂ ਮੈਂ ਛੇਵੇਂ ਸਤਿਗੁਰਾਂ ਦੇ ਜੀਵਨ ਇਤਿਹਾਸ ਦੇ ਕੁਝ ਕਚੋਜ ਆਪ ਜੀ ਦੇ ਨਾਲ ਸਾਂਝੇ ਕਰਾਂਗਾ, ਜੋ ਕਿ ਦਾਸ ਨੂੰ ਗੁਰਦੁਆਰਾ ਮੰਜੀ ਸਾਹਿਬ ਦੀਵਾਨ ਹਾਲ ਦੇ ਅੰਦਰ ਆਯੋਜਿਤ ਹੋਏ ਇਸ ਢਾਡੀ ਦਰਬਾਰ ਦੇ ਆਯੋਜਿਤਕਾਰਾਂ ਵੱਲੋਂ ਅਤੇ ਸਿੰਘ ਸਾਹਿਬ ਮਾਨਯੋਗ ਗਿਆਨੀ ਰਘਬੀਰ ਸਿੰਘ ਜੀ ਜਥੇਦਾਰ ਸ੍ਰੀ ਅਕਾਲ ਤਖਤ ਸਾਹਿਬ, ਜਿਨ੍ਹਾਂ ਦੇ ਵੱਲੋਂ ਇਹ ਢਾਡੀ ਦਰਬਾਰ ਆਯੋਜਿਤ ਕੀਤਾ ਗਿਆ। ਸੋ ਸਤਿਕਾਰਯੋਗ ਵੀਰਾਂ ਦੇ ਵੱਲੋਂ ਦਾਸ ਦੇ ਢਾਡੀ ਜਥੇ ਨੂੰ ਜੋ ਵਿਸ਼ਾ ਮਿਲਿਆ ਹੈ, ਜਦ ਧੰਨ ਧੰਨ ਸਾਹਿਬ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਨੇ ਗਵਾਲੀਅਰ ਦੇ ਕਿਲੇ ਦੇ ਵਿੱਚੋਂ ਬੰਦੀ ਰਾਜਿਆਂ ਨੂੰ ਰਿਹਾ ਕਰਵਾਇਆ ਤੇ ਸਤਿਗੁਰੂ ਮਹਾਰਾਜ ਜੀ ਦੀ ਉਹ ਵਡਿਆਈ ਅਤੇ ਸਤਿਗੁਰੂ ਮਹਾਰਾਜ ਜੀ ਦੀ ਉਹ ਸ਼ੋਹਰਤ ਬੰਦੀ ਛੋੜ ਦਾਤੇ ਵਜੋਂ ਜਦੋਂ ਸਤਿਗੁਰੂ ਮਹਾਰਾਜ ਸਮੁੱਚੇ ਇਤਿਹਾਸ ਅਤੇ ਸੰਸਾਰ ਅੰਦਰ ਸਤਿਗੁਰੂ ਜੀ ਪ੍ਰਸਿੱਧ ਹੋਏ, ਉਸ ਚੋਜ ਨੂੰ ਮੈਂ ਆਪ ਜੀ ਦੇ ਨਾਲ ਸਾਂਝਾ ਕਰਨਾ ਚਾਹਾਂਗਾ। ਸਤਿਗੁਰੂ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਆਪਣੇ ਗੁਰੂ ਪਿਤਾ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਮਹਾਰਾਜ ਜੀ ਦੀ ਸ਼ਹਾਦਤ ਉਪਰੰਤ ਗੁਰਿਆਈ ਉੱਪਰ ਬਿਰਾਜਮਾਨ ਹੋਏ। ਸਤਿਗੁਰਾਂ ਦੇ 49 ਸਾਲਾ ਜੀਵਨ ਇਤਿਹਾਸ ਨੂੰ ਲਿਖਣ ਵਾਲੇ, ਮਾਫ ਕਰਨਾ 49 ਸਾਲਾ ਜੀਵਨ ਇਤਿਹਾਸ ਦੇ ਇਤਿਹਾਸਕ ਪਹਿਲੂਆਂ ਦਾ ਪਹਿਲੀ ਵਾਰ ਜ਼ਿਕਰ ਕਰਨ ਵਾਲੇ ਭਾਈ ਗੁਰਦਾਸ ਜੀ ਨੇ ਸਤਿਗੁਰਾਂ ਦੀ ਤਖਤ ਨਸ਼ੀਨੀ ਦੀ ਉਸ ਵਾਰ ਵਿੱਚ ਮਹਾਰਾਜ ਨੂੰ ਦਲ ਭੰਜਨ ਗੁਰਸੂਰਮਾ ਕਹਿ ਕਰਕੇ ਵਡਿਆਇਆ। ਮਹਾਬਲੀ ਸਤਿਗੁਰਾਂ ਦੇ ਵੱਲੋਂ ਸ੍ਰੀ ਅਕਾਲ ਤਖਤ ਸਾਹਿਬ ਦੀ ਸਿਰਜਣਾ ਕਦੋਂ ਸੰਪੂਰਨ ਕੀਤੀ ਗਈ, ਇਸ ਬਾਬਤ ਡਾਕਟਰ ਗੰਡਾ ਸਿੰਘ ਜੀ ਆਪਣੀ ਕਿਤਾਬ ਜੋ ਉਹਨਾਂ ਨੇ ਸਿੱਖ ਇਤਿਹਾਸ, ਜਿਹਦੇ ਵਿੱਚ ਪ੍ਰਿੰਸੀਪਲ ਤੇਜਾ ਸਿੰਘ ਜੀ ਦੇ ਨਾਲ ਸਾਂਝ ਬਣਾ ਕਰਕੇ ਉਹਨਾਂ ਨੇ ਇਹ ਸਮੁੱਚੇ ਸਿੱਖ ਇਤਿਹਾਸ ਅਤੇ ਗੁਰ ਇਤਿਹਾਸ ਦੇ ਇਸ ਪਹਿਲੂਆਂ ਨੂੰ ਬਿਆਨ ਕਰਦੀ ਹੋਈ ਕਿਤਾਬ ਲਿਖੀ। ਡਾਕਟਰ ਗੰਡਾ ਸਿੰਘ ਜੀ ਛੇਵੇਂ ਸਤਿਗੁਰਾਂ ਦੀ ਜੀਵਨੀ ਅੰਦਰ ਲਿਖਦੇ ਨੇ ਕਿ 1609 ਈਸਵੀ ਨੂੰ ਗੁਰੂ ਹਰਗੋਬਿੰਦ ਪਾਤਸ਼ਾਹ ਮਹਾਰਾਜ ਜੀ ਨੇ ਸ੍ਰੀ ਅਕਾਲ ਤਖਤ ਸਾਹਿਬ ਦੀ ਸੰਪੂਰਨਤਾ ਕੀਤੀ ਤੇ ਕੌਮ ਦੇ ਮਹਾਨ ਢਾਡੀ ਗਿਆਨੀ ਕੁਲਵੰਤ ਸਿੰਘ ਜੀ ਬੀਏ, ਜਿਨ੍ਹਾਂ ਨੇ ਆਪਣੇ ਲੈਕਚਰਾਂ ਦੇ ਅੰਦਰ ਇਹ ਗੱਲ ਸਾਂਝੀ ਕੀਤੀ ਕਿ ਪੰਜਵੇਂ ਸਤਿਗੁਰਾਂ ਦੀ ਸ਼ਹਾਦਤ ਦੇ ਨਾਲ ਹੀ ਸ੍ਰੀ ਅਕਾਲ ਤਖਤ ਸਾਹਿਬ ਦੀ ਨੀਂਹ ਰੱਖੀ ਗਈ। ਗੁਰਬਿਲਾਸ ਪਾਤਸ਼ਾਹੀ ਛੇਵੀਂ ਦੇ ਕਰਤਾ ਅਨੁਸਾਰ किसी राज न हाथ लगायो बुढ़े और गुरदास बनायो। श्री अकाल तखत साहब दी मोड़ी गड्डी गई, कहण तो भाव नींह रखी गई अते संपूर्णता 1609 ईस्वी नूं हुई। इसे समय दे दौरान ही ढाडी कला दा आगाज सिख पंथ दे विच होया। जदों ਗਿਆਨੀ ਮਿਲਖਾ ਸਿੰਘ ਜੀ ਮੌਜੀ ਸਾਹਿਬ ਦੇ ਕਹਿਣ ਅਨੁਸਾਰ ਜਦੋਂ ਸਤਿਗੁਰੂ ਗੁਰੂ ਹਰਗੋਬਿੰਦ ਪਾਤਸ਼ਾਹ ਮਹਾਰਾਜ ਜੀ ਨੇ ਸਿੱਖ ਫੌਜਾਂ ਤਿਆਰ ਕਰ ਲਈਆਂ, ਜਦੋਂ ਇਹਨਾਂ ਸਿੱਖ ਫੌਜਾਂ ਨੂੰ ਪੰਜ ਸਿੱਖ ਜਥੇਦਾਰਾਂ ਦੀ ਜਥੇਦਾਰੀ ਪ੍ਰਾਪਤ ਹੋ ਗਈ, ਉਹ ਜਥੇਦਾਰ ਜਿਨ੍ਹਾਂ ਦੇ ਇਤਿਹਾਸ ਵਿੱਚ ਨਾਮ ਨੇ ਬਹਾਦਰ ਬਾਬਾ ਬਿਧੀ ਚੰਦ, ਝਬਾਲ ਪਰਗਣੇ ਦੇ ਚੌਧਰੀ ਬਾਬਾ ਲੰਗਾ ਜੀ, ਸਿੱਧਵਾਂ ਦੇ ਰਹਿਣ ਵਾਲੇ ਬਾਬਾ ਜੇਠਾ ਜੀ, ਬਾਬਾ ਪਿਆਰਾ ਜੀ, ਬਾਬਾ ਪੁਰਾਣਾ ਜੀ, ਕਰਦੀ ਦੇ ਹੇਠ ਜਦੋਂ ਸਿੱਖ ਫੌਜ ਬਲਵਾਨ ਹੋਈ, ਸਿੱਖ ਕੌਮ ਦੇ ਅੰਦਰ ਰੂਹਾਨੀਅਤ ਦੇ ਨਾਲ ਹੁਣ ਸੂਰਬੀਰਤਾ ਦਾ ਜੋ ਜਜ਼ਬਾ ਇਹ ਵੀ ਆਪਣੇ ਸਮੇਂ ਦੇ ਨਾਲ ਤੇ ਸਤਿਗੁਰਾਂ ਦੇ ਸੋਹਜ ਦੇ ਨਾਲ ਪ੍ਰਚੰਡ ਹੋਇਆ। ਤਾਂ ਸਾਧ ਸੰਗਤ ਜੀ, ਉਧਰ ਬਾਦਸ਼ਾਹ ਜਹਾਂਗੀਰ ਜੋ 1605 ਈਸਵੀ ਨੂੰ ਤਖਤ ਤੇ ਬੈਠਾ, ਆਪਣੀ ਰਾਜਧਾਨੀ ਆਗਰੇ ਦੇ ਵਿੱਚ ਬੈਠ ਕਰਕੇ ਸਿੱਖ ਪੰਥ ਦੀ ਤਾਕਤ ਨੂੰ ਪਸਤ ਕਰਨ ਵਾਸਤੇ ਸੋਚਾਂ ਲੜਾਉਣ ਲੱਗਾ। ਇਧਰ ਸ਼੍ਰੀ ਅਕਾਲ ਤਖਤ ਸਾਹਿਬ ਦੀ ਸਿਰਜਣਾ ਹੋਈ। ਸ਼੍ਰੀ ਅਕਾਲ ਤਖਤ ਸਾਹਿਬ ਦੀ ਸਿਰਜਣਾ ਦੇ ਨਾਲ ਹਿੰਦੁਸਤਾਨ ਦੀ ਧਰਤੀ ਉੱਪਰ ਤਖਤ ਦੇ ਟਾਕਰੇ ਉੱਪਰ ਇੱਕ ਤਖਤ ਸਿਰਜਿਆ ਗਿਆ। ਇੱਕ ਮਿਆਨ ਦੇ ਵਿੱਚ ਦੋ ਤਲਵਾਰਾਂ ਨਹੀਂ ਰਹਿ ਸਕਦੀਆਂ, ਇੱਕ ਸਲਤਨਤ ਦਾ ਇੱਕ ਤੋਂ ਵੱਧ ਹਾਕਮ ਨਹੀਂ ਰਹਿ ਸਕਦਾ, ਇੱਕ ਸਰਜ਼ਮੀਨ ਤੇ ਇੱਕ ਖਿੱਤੇ ਵਿੱਚ ਇੱਕ ਸਲਤਨਤ ਦੇ ਵਿੱਚ ਇੱਕ ਤੋਂ ਵੱਧ ਤਖਤ ਨਹੀਂ ਰਹਿ ਸਕਦਾ। ਜੇ ਦੋ ਤਖਤ ਰਹਿਣਗੇ, ਦੋਨਾਂ ਤਖਤਾਂ ਦਾ ਟਕਰਾਅ ਆਪਸ ਵਿੱਚ ਜ਼ਰੂਰੀ ਆ। ਪਾਤਸ਼ਾਹ ਨੇ ਭਾਂਪ ਲਿਆ, ਜੋ ਅਕਾਲ ਦਾ ਤਖਤ ਸਾਜਿਆ ਹੈ ਇਹਦਾ ਟਾਕਰਾ ਅਗਾਂਹ ਦੁਨਿਆਵੀ ਤਖਤਾਂ ਨਾਲ ਹੋਵੇਗਾ।
ਉਸ ਅਗਾਂਹ ਦੇ ਟਾਕਰੇ ਦੇ ਵਾਸਤੇ ਗੁਰੂ ਹਰਗੋਬਿੰਦ ਪਾਤਸ਼ਾਹ ਮਹਾਰਾਜ ਜੀ ਨੇ ਮੀਰੀ ਦੇ ਸਰੋਕਾਰ ਨੂੰ ਮੁੱਖ ਰੱਖ ਕਰਕੇ ਸਿੱਖ ਫੌਜ ਦੀ ਉਸਾਰੀ ਕੀਤੀ। ਜਦੋਂ ਇੱਧਰ ਸਿੱਖ ਫੌਜ ਅਕਾਲ ਤਖਤ ਸਾਹਿਬ ਦੇ ਸੋਝ ਨਾਲ ਤੇ ਢਾਡੀ ਸਿੱਖਾਂ ਦੇ ਵੱਲੋਂ ਵੀਰ ਰਸੀ ਵਾਰਾਂ ਸਰਵਣ ਕਰਕੇ ਜਦੋਂ ਸਿੱਖਾਂ ਦੇ ਵਿੱਚ ਵੀਰ ਰਸ ਵੀ ਸਾਕਾਰ ਹੋ ਗਿਆ, ਸਿੱਖ ਸ਼ਕਤੀ ਆਪਣੇ ਸਿਖਰ ਤੇ ਪਹੁੰਚ ਗਈ। ਹੁਣ ਕਿਸੇ ਵੀ ਸਮੇਂ ਜ਼ਾਲਮ ਦੀ ਜੜ ਪੁੱਟਣ ਵਾਸਤੇ ਸਿੱਖ ਜਿਨ੍ਹਾਂ ਨੇ ਸ਼ਹਿਜ਼ਾਦਾ ਖੁਸਰੋ ਦੀ ਤਖਤ ਨਸ਼ੀਨੀ ਵਾਸਤੇ ਇਮਦਾਦ ਕੀਤੀ ਸੀ, ਇਹਨਾਂ तमाम ਰਾਜਿਆਂ ਨੂੰ, ਜਿਹਦੇ ਵਿੱਚੋਂ ਤਾਰਾ ਚੰਦ ਕਹਿਲੂਰੀਆ ਤੇ ਹਿੰਮਤ ਚੰਦ ਹੰਡੂਰੀਏ ਦਾ ਨਾਮ ਖਾਸ ਕਰਕੇ ਆਉਂਦਾ ਹੈ। ਇਤਿਆਦ ਇਹਨਾਂ 50 ਦੇ ਕਰੀਬ ਇਹਨਾਂ ਰਾਜਿਆਂ ਨੂੰ ਬਾਦਸ਼ਾਹ ਜਹਾਂਗੀਰ ਨੇ ਗਵਾਲੀਅਰ ਦੀ ਕੈਦ ਵਿੱਚ ਡੱਕਿਆ, ਜੋ 300-400 ਫੁੱਟ ਉੱਚੀ ਪਹਾੜੀ ਦੀ ਠੇਰੀ ਉੱਪਰ ਬਣਿਆ ਹੋਇਆ, ਜਿਹਨੂੰ ਡਾਕਟਰ ਐਲੈਗਜ਼ੈਂਡਰ ਕਨਿੰਗਮ ਕਹਿੰਦਾ ਕਿ ਇਹ ਧਰਤੀ ਦੇ ਉੱਪਰ ਆਕਾਸ਼ ਦਾ ਥੰਮ ਹੈ। ਇੰਨਾ ਉੱਚਾ, ਇੰਨੀ ਉੱਚੀ ਚੋਟੀ ਤੇ ਬਣਿਆ ਹੋਇਆ ਇਹ ਗਵਾਲੀਅਰ ਦਾ ਕਿਲਾ, ਜਿਹਦੇ ਵਿੱਚ ਪਹਿਲਾਂ ਇਹਨਾਂ ਰਾਜਿਆਂ ਨੂੰ ਖੁਸਰੋ ਦੀ ਇਮਦਾਦ ਕਰਨ ਦੇ ਦੋਸ਼ ਵਿੱਚ ਕੈਦ ਕੀਤਾ। ਹੁਣ ਬਾਅਦ ਵਿੱਚ ਸ਼੍ਰੀ ਗੁਰੂ ਹਰਗੋਬਿੰਦ ਪਾਤਸ਼ਾਹ ਮਹਾਰਾਜ ਜੀ ਦੀ ਵੱਧਦੀ ਹੋਈ ਤਾਕਤ ਨੂੰ ਦੇਖ ਕਰਕੇ ਜਹਾਂਗੀਰ ਸਹਾਰ ਨਾ ਸਕਿਆ। ਉਹਨੇ ਸ਼੍ਰੀ ਅੰਮ੍ਰਿਤਸਰ ਸਾਹਿਬ ਜਿਸ ਸੂਬੇ ਵਿੱਚ ਪੈਂਦਾ, ਉਹ ਸੂਬਾ ਹੈ ਲਾਹੌਰ। ਲਾਹੌਰ ਦੇ ਸੂਬੇਦਾਰ ਬਦਲਨੇ ਸ਼ੁਰੂ ਕਰ ਦਿੱਤੇ। ਪੰਜਵੇਂ ਸਤਿਗੁਰਾਂ ਦੀ ਸ਼ਹਾਦਤ ਤੋਂ ਬਾਅਦ ਮੁਰਤਜ਼ਾ ਖਾਨ ਨੂੰ ਗੁਜਰਾਤ ਭੇਜਿਆ ਤੇ ਸੈਦ ਬੇਗ ਨੂੰ ਲਾਹੌਰ ਦਾ ਸੂਬੇਦਾਰ ਥਾਪਿਆ। ਸੈਦ ਬੇਗ ਨੇ 1607 ਅਪ੍ਰੈਲ ਮਹੀਨੇ ਤੱਕ ਸੂਬੇਦਾਰੀ ਕੀਤੀ। ਫਿਰ ਸੈਦ ਖਾਨ ਨੂੰ ਬਦਲ ਕਰਕੇ ਇੱਥੇ ਕੁਲੰਜ ਖਾਨ ਨੂੰ ਸੂਬੇਦਾਰ ਥਾਪ ਦਿੱਤਾ। ਸੂਬੇਦਾਰ ਕੁਲੰਜ ਖਾਨ ਨੇ 1607 ਤੋਂ ਲੈ ਕੇ 1610 ਦੇ ਜੂਨ ਜੁਲਾਈ ਮਹੀਨੇ ਤੱਕ ਸੂਬੇਦਾਰੀ ਕੀਤੀ। ਜੁਲਾਈ ਦੇ ਅੰਤ ਵਿੱਚ ਤੇ 1610 ਈਸਵੀ ਨੂੰ ਮੁਰਤਜ਼ਾ ਖਾਨ ਨੂੰ ਫਿਰ ਬਾਦਸ਼ਾਹ ਜਹਾਂਗੀਰ ਨੇ ਇੱਥੇ ਜਦੋਂ ਵੇਖਿਆ ਕਿ ਹੁਣ 1609 ਨੂੰ ਅਕਾਲ ਤਖਤ ਸਾਹਿਬ ਸਿਰਜਿਆ, ਇੱਕ ਸਾਲ ਬਾਅਦ ਕਿਉਂਕਿ ਸ਼ਕਤੀ ਸਿੱਖਾਂ ਦੀ ਹੱਦੋਂ ਪਰੇ ਹੋ ਚੁੱਕੀ ਸੀ, ਜ਼ੁਲਮ ਦੇ ਟਾਕਰੇ ਵਾਸਤੇ ਤਿਆਰ ਸੀ, ਜਹਾਂਗੀਰ ਨੇ ਭਾਂਪ ਲਿਆ ਕਿ ਹੁਣ ਇਸ ਸ਼ਕਤੀ ਨੂੰ ਪਸਤ ਕਰਨ ਵਾਸਤੇ ਮੁਰਤਜ਼ਾ ਖਾਨ ਨੂੰ ਲਾਹੌਰ ਦਾ ਸੂਬੇਦਾਰ ਥਾਪਣਾ ਚਾਹੀਦਾ। ਹੁਣ ਮੁਰਤਜ਼ਾ ਖਾਨ ਲਾਹੌਰ ਦਾ ਸੂਬੇਦਾਰ ਥਾਪਿਆ ਗਿਆ। ਉਹਨੇ ਆਪਣੀ ਇਸ ਬਦਨੀਤੀ ਦੇ ਤਹਿਤ ਹੁਣ ਸਿੱਖ ਕੌਮ ਦੇ ਨਾਲ ਇੱਟ ਖੜੱਕਾ ਕਰਨਾ, ਗੁਰੂ ਦਰਬਾਰ ਦੇ ਨਾਲ ਇੱਟ ਖੜੱਕਾ ਲੈਣਾ ਸ਼ੁਰੂ ਕਰ ਦਿੱਤਾ। ਉਹਨੇ ਇੱਟ ਖੜੱਕੇ ਦੀ ਸ਼ੁਰੂਆਤ ਕਿਵੇਂ ਕੀਤੀ? ਉਹਨੇ ਸ਼ੁਰੂਆਤ ਸਾਧ ਸੰਗਤ ਜੀ ਇਵੇਂ ਕੀਤੀ। ਉਹਨੇ ਮਨਾ ਮੂਹੀ ਅਤੇ ਕੁਝ ਕੁ ਸਿੱਖਾਂ ਦੀ ਤਾਕਤ ਨੂੰ ਦੇਖ ਕਰਕੇ ਇੱਕ ਰਿਪੋਰਟ ਤਿਆਰ ਕੀਤੀ। ਇਸ ਰਿਪੋਰਟ ਵਿੱਚ ਸਿੱਖਾਂ ਦੀ ਸ਼ਕਤੀ ਦਾ ਗੁਣਗਾਨ ਕੀਤਾ ਤੇ ਗੁਰੂ ਹਰਗੋਬਿੰਦ ਪਾਤਸ਼ਾਹ ਮਹਾਰਾਜ ਵੱਲੋਂ ਗੁਰੂ ਦਰਬਾਰ ਵਿੱਚ ਧਾੜਵੀਆਂ ਨੂੰ ਪਨਾਹ ਦੇਣ ਦਾ ਇੱਕ ਝੂਠਾ ਤੇ ਕੋਝਾ ਜ਼ਿਕਰ ਕੀਤਾ। ਇਸ ਤੋਂ ਇਲਾਵਾ ਹਥਿਆਰਬੰਦ ਸ਼ਕਤੀ ਦਾ, ਚੰਗੇ ਚੰਗੇ ਘੋੜੇ ਰੱਖਣ ਦਾ ਸਿੱਖਾਂ ਵੱਲੋਂ ਇਹ ਜ਼ਿਕਰ ਮੁਰਤਜ਼ਾ ਖਾਨ ਨੇ ਕੀਤਾ। ਇਸ ਚਿੱਠੀ ਨੂੰ ਉਸਨੇ ਵਜ਼ੀਰ ਖਾਂ ਅਤੇ ਗੁੰਚਾ ਬੇਗ, ਜਿਸ ਨੂੰ ਗਿਆਨੀ ਸੋਹਣ ਸਿੰਘ ਸੀਤਲ ਜੀ ਨੇ ਆਪਣੇ ਪ੍ਰਸੰਗ ਅੰਦਰ ਕਿੰਚ ਬੇਗ ਵੀ ਲਿਖਿਆ। ਸੋ ਮੁੱਕਦੀ ਗੱਲ ਪ੍ਰਿੰਸੀਪਲ ਸਤਬੀਰ ਸਿੰਘ ਦੇ ਕਹਿਣ ਅਨੁਸਾਰ ਵਜ਼ੀਰ ਖਾਨ ਅਤੇ ਗੁੰਚਾ ਬੇਗ ਦੇ ਹੱਥ ਵਿੱਚ ਇਹ ਪਰਵਾਨਾ ਬਾਦਸ਼ਾਹ ਜਹਾਂਗੀਰ ਦੇ ਕੋਲ ਆਗਰੇ ਭੇਜਿਆ। ਜਦੋਂ ਇਹ ਪਰਵਾਨਾ ਬਾਦਸ਼ਾਹ ਜਹਾਂਗੀਰ ਨੇ ਪੜ੍ਹਿਆ, ਉਹਦੇ ਅੱਗੇ ਹੀ ਮਨ ਦੇ ਵਿੱਚ ਖਾਰ ਸੀ। ਉਹਨੇ ਸਮੁੱਚੀ ਆਪਣੀ ਹਕੂਮਤ ਦੇ ਅੱਗੇ ਇਹ ਬਹਾਨਾ ਲਾਇਆ ਕਿ ਗੁਰੂ ਅਰਜਨ ਦੇਵ ਮਹਾਰਾਜ ਦੇ ਕੋਲੋਂ ਕੋਈ ਜੁਰਮਾਨਾ ਵਸੂਲ ਕਰਨ ਵਾਲਾ ਰਹਿ ਗਿਆ ਸੀ। ਉਹ ਜੁਰਮਾਨਾ ਵਸੂਲ ਕਰਨ ਵਾਸਤੇ ਗੁਰੂ ਹਰਗੋਬਿੰਦ ਮਹਾਰਾਜ ਨੂੰ ਗ੍ਰਿਫਤਾਰ ਕੀਤਾ ਜਾਵੇ। ਸਿੱਧਾ ਗ੍ਰਿਫਤਾਰੀ ਦਾ ਹੁਕਮ ਨਹੀਂ ਦਿੱਤਾ। ਹੁਣ ਜਹਾਂਗੀਰ ਨੇ ਇੱਥੋਂ ਹੀ ਭੌਂਦੇ ਪੈਰੀ ਵਜ਼ੀਰ ਖਾਨ ਅਤੇ ਗੁੰਚਾ ਬੇਗ ਨੂੰ ਆਗਰੇ ਤੋਂ ਵਾਪਸ ਪੰਜਾਬ ਭੇਜਿਆ। ਪੰਜਾਬ ਸ਼੍ਰੀ ਅੰਮ੍ਰਿਤਸਰ ਸਾਹਿਬ ਦੀ ਸਰਜ਼ਮੀਨ ਤੇ ਆ ਕਰਕੇ ਇਹਨਾਂ ਦੋਵਾਂ ਅਹਿਲਕਾਰਾਂ ਨੇ ਛੇਵੇਂ ਸਤਿਗੁਰਾਂ ਦੇ ਸਾਹਮਣੇ ਇਹ ਹੱਥ ਜੋੜ ਕਰਕੇ ਬੇਨਤੀ ਕੀਤੀ। ਹੱਥ ਜੋੜ ਕਰਕੇ ਤਾਂ ਕਿਉਂਕਿ ਵਜ਼ੀਰ ਖਾਨ ਗੁਰੂ ਘਰ ਦਾ ਸ਼ਰਧਾਲੂ ਸੀ, ਅਲੀਉਦੀਨ ਇਸ ਦਾ ਨਾਮ ਸੀ, ਚਨਿਓਟ ਝੰਗ ਦੇ ਇਲਾਕੇ ਦਾ ਰਹਿਣ ਵਾਲਾ ਸੀ, ਪੰਜਾਬੀ ਸੀ ਤੇ ਮੁਸਲਮਾਨ ਸੀ, ਗੁਰੂ ਘਰ ਦਾ ਸ਼ਰਧਾਲੂ ਸੀ, ਅੰਦਰੋਂ ਅੰਦਰ ਸ਼ਰਧਾ ਰੱਖਦਾ ਸੀ। ਇਹਨੇ ਆਖਿਆ ਬਾਦਸ਼ਾਹ ਜਹਾਂਗੀਰ ਦੇ ਵੱਲੋਂ ਆਪ ਨੂੰ ਆਗਰੇ ਬੁਲਾਉਣ ਦਾ ਇਹ ਪਰਵਾਨਾ ਆਇਆ, ਆਪ ਜੀ ਆਗਰੇ ਚੱਲੋ। ਵਜ਼ੀਰ ਖਾਨ ਦੀ ਗੱਲ ਮੰਨ ਕੇ
ਆਪਣੇ ਨਿਕਟਵਰਤੀ ਸਿੱਖਾਂ ਦੀ ਹਦਾਇਤ ਮੰਨ ਕਰਕੇ ਮਾਤਾ ਗੰਗਾ ਜੀ ਦੇ ਨਾਲ ਸਲਾਹ ਮਸ਼ਵਰਾ ਕਰਕੇ ਤੇ ਬਾਬਾ ਬੁੱਢਾ ਸਾਹਿਬ ਜੀ ਨੂੰ ਜ਼ਰੂਰੀ ਭਵਿੱਖਤ ਹਦਾਇਤਾਂ ਦੇ ਕਰਕੇ ਧੰਨ ਗੁਰੂ ਹਰਗੋਬਿੰਦ ਪਾਤਸ਼ਾਹ ਮਹਾਰਾਜ ਆਗਰੇ ਵੱਲ ਨੂੰ ਰਵਾਨਾ ਹੋਏ। ਦਿੱਲੀ ਜਾ ਕਰਕੇ ਮਜਨੂ ਦੇ ਟਿੱਲੇ ਉੱਪਰ ਡੇਰਾ ਕੀਤਾ। ਇੱਥੇ ਇੱਕ ਫਕੀਰ ਸਿਕੰਦਰ ਸ਼ਾਹ ਗੁਰੂ ਹਰਗੋਬਿੰਦ ਪਾਤਸ਼ਾਹ ਮਹਾਰਾਜ ਨੂੰ ਮਿਲਦਾ। ਫਕੀਰ ਸਿਕੰਦਰ ਸ਼ਾਹ ਨੇ ਗੁਰਸਿੱਖੀ ਜੀਵਨ ਦਾ ਵੱਲ ਪੁੱਛਿਆ। ਮੈਂ ਇੱਥੇ ਇਸ ਸਾਖੀ ਦਾ ਵਿਸਥਾਰ ਨਹੀਂ ਕਰਾਂਗਾ ਕਿਉਂਕਿ ਸਮਾਂ ਸੀਮਤ ਹੈ। ਸਿਕੰਦਰ ਸ਼ਾਹ ਫਕੀਰ ਦੇ ਜਿੰਨੇ ਵੀ ਸ਼ੰਕੇ ਸਨ ਸਤਿਗੁਰਾਂ ਨੇ ਜੋ ਸਨ ਉਹਦੇ ਸਨਮੁਖ ਉਹਦੇ ਸਵਾਲਾਂ ਦਾ ਜਵਾਬ ਰੱਖਿਆ। ਧੰਨ ਗੁਰੂ ਹਰਗੋਬਿੰਦ ਪਾਤਸ਼ਾਹ ਮਹਾਰਾਜ ਮਜਨੂ ਦੇ ਟਿੱਲੇ ਤੋਂ ਹੁਣ ਆਗਰੇ ਵੱਲ ਨੂੰ ਰਵਾਨਾ ਹੋਏ। ਦਿੱਲੀ ਅਤੇ ਆਗਰੇ ਦੀ ਕੇਂਦਰੀ ਸਰਜ਼ਮੀਨ ਤੇ ਬਾਦਸ਼ਾਹ ਜਹਾਂਗੀਰ ਦੇ ਨਾਲ ਸਤਿਗੁਰਾਂ ਦੀ ਮੁਲਾਕਾਤ ਹੋਈ। ਇੱਥੇ ਇਸੇ ਹੀ ਮੁਲਾਕਾਤ ਦੇ ਵਿੱਚ ਬਾਦਸ਼ਾਹ ਜਹਾਂਗੀਰ ਨੇ ਅੰਦਾਜ਼ਾ ਲਗਾਇਆ। ਉਹਦੇ ਅੰਦਾਜ਼ੇ ਨੂੰ ਹੋਰ ਪੁਖਤਾ ਕੀਤਾ ਮੁਰਤਜ਼ਾ ਖਾਨ ਦੀ ਇੱਕ ਹੋਰ ਚਿੱਠੀ ਨੇ। ਇਸ ਮੁਲਾਕਾਤ ਤੋਂ ਬਾਅਦ ਪ੍ਰਿੰਸੀਪਲ ਸਤਬੀਰ ਸਿੰਘ ਜੀ ਲਿਖਦੇ ਨੇ ਮੁਰਤਜ਼ਾ ਖਾਨ ਨੇ ਇੱਕ ਚਿੱਠੀ ਲਿਖੀ ਕਿ ਇਹ ਸਿੱਖਾਂ ਦਾ 6ਵਾਂ ਗੁਰੂ ਹੁਣ ਤੁਹਾਡੇ ਕੋਲ ਹੈ, ਹੁਣ ਇਸ ਸਮੇਂ ਤੁਹਾਡੇ ਨਜ਼ਦੀਕ ਹੈ ਤੇ ਇਸ ਦੀ ਸ਼ਕਤੀ ਦਾ ਅੰਦਾਜ਼ਾ ਲਗਾ ਕਰਕੇ ਜੰਗ ਵਿੱਚ ਜਿੱਤਣਾ ਇਹਨਾਂ ਨੂੰ ਮੁਨਾਸਿਬ ਨਹੀਂ। ਜ਼ਰੂਰੀ ਇਹ ਹੋਵੇਗਾ ਜਿਹੜੇ ਗਵਾਲੀਅਰ ਦੇ ਕਿਲੇ ਦੇ ਵਿੱਚ ਪਹਾੜੀ ਰਾਜਿਆਂ ਨੂੰ ਤੇ ਰਾਜਪੂਤ ਰਾਜਿਆਂ ਨੂੰ ਕੈਦ ਕੀਤਾ, ਉਸੇ ਹੀ ਕਿਲੇ ਦੇ ਵਿੱਚ ਸਿੱਖਾਂ ਦੇ ਇਸ ਸਤਿਗੁਰੂ ਨੂੰ ਵੀ ਕੈਦ ਕੀਤਾ ਜਾਵੇ। ਬਾਦਸ਼ਾਹ ਜਹਾਂਗੀਰ ਨੇ ਗੁਰੂ ਹਰਗੋਬਿੰਦ ਪਾਤਸ਼ਾਹ ਮਹਾਰਾਜ ਜੀ ਨੂੰ ਗਵਾਲੀਅਰ ਦੇ ਕਿਲੇ ਵਿੱਚ ਕੈਦ ਕਰਨ ਦਾ ਆਪਣੇ ਏਲਚੀਆਂ ਨੂੰ ਹੁਕਮ ਦੇ ਦਿੱਤਾ। ਉਹਦੇ ਅਹਿਲਕਾਰਾਂ ਨੇ ਉਹਦੇ ਅਹਿਦੀਆਂ ਨੇ ਆਪਣੇ ਬਾਦਸ਼ਾਹ ਦਾ ਹੁਕਮ ਪਾ ਕਰਕੇ ਸਤਿਗੁਰਾਂ ਨੂੰ ਆਗਰੇ ਤੋਂ ਗਵਾਲੀਅਰ ਜਾ ਕਰਕੇ ਕੈਦ ਕਰ ਦਿੱਤਾ। ਇੱਥੋਂ ਹੁਣ ਚੰਦੂ ਵਰਗਿਆਂ ਨੂੰ ਪਤਾ ਲੱਗਾ ਕਿ ਗੁਰੂ ਹਰਗੋਬਿੰਦ ਪਾਤਸ਼ਾਹ ਮਹਾਰਾਜ ਗਵਾਲੀਅਰ ਦੇ ਕਿਲੇ ਵਿੱਚ ਕੈਦ ਹੋ ਗਏ ਨੇ। ਸਤਿਗੁਰਾਂ ਦੀ ਕੈਦ ਦਾ ਸੁਣ ਕਰਕੇ ਸਿੱਖ ਭੜਕ ਨਾ ਜਾਣ, ਉਹਨੇ ਝੂਠੀ ਇੱਕ ਗੱਲ ਉਡਾ ਦਿੱਤੀ ਜਿਹਨੂੰ ਅੱਜ ਤੱਕ ਸੰਗਤ ਦੇ ਵਿੱਚ ਪ੍ਰਚਾਰਿਆ ਵੀ ਜਾਂਦਾ ਰਿਹਾ। ਪ੍ਰਿੰਸੀਪਲ ਸਤਬੀਰ ਸਿੰਘ ਲਿਖਦੇ ਨੇ ਉਹਨੇ ਝੂਠੀ ਗੱਲ ਇਹ ਉਡਾ ਦਿੱਤੀ ਕਿ ਬਾਦਸ਼ਾਹ ਜਹਾਂਗੀਰ ਬਿਮਾਰ ਹੈ, ਉਹ ਆਪਣੀ ਬਿਮਾਰੀ ਤੋਂ ਨਿਜਾਤ ਚਾਹੁੰਦਾ ਹੈ। ਉਹਨੂੰ ਕਿਸੇ ਨਜੂਮੀ ਨੇ ਦੱਸਿਆ ਕਿ ਸਿੱਖਾਂ ਦੇ ਗੁਰੂ ਨੂੰ ਗਵਾਲੀਅਰ ਦੇ ਕਿਲੇ ਵਿੱਚ ਸੱਦ ਕਰਕੇ ਤਪ ਕਰਵਾਓ ਤੇ ਤੁਹਾਡੀ ਬਿਮਾਰੀ ਹੈ, ਜੋ ਤੁਹਾਡਾ ਰੋਗ ਹੈ, ਉਹ ਦੂਰ ਹੋਵੇਗਾ। ਸਿੱਖ ਇਤਿਹਾਸ ਦੇ ਮੁੱਢਲੇ ਗੁਰਮੁਖੀ ਸਰੋਤਾਂ ਨੇ ਵੀ ਇਸ ਗੱਲ ਦੀ ਸ਼ਾਹਦੀ ਭਰੀ, ਪਰ ਇਹ ਮੁਕੰਮਲ ਤੌਰ ਤੇ ਉਸ ਪਾਪੀ ਚੰਦੂ ਦੀ ਸ਼ਰਾਰਤ ਸੀ ਕਿ ਸਿੱਖਾਂ ਦੇ ਵਿੱਚ ਰੋਹ ਨਾ ਵਿਆਪ ਜਾਏ। ਪਰ ਉਸ ਸਮੇਂ ਸਿੱਖ ਇੰਨੇ ਬੇਵਕੂਫ ਨਹੀਂ ਸਨ, ਸਿੱਖ ਵਿਵੇਕੀ ਸਨ ਜਿਨ੍ਹਾਂ ਨੂੰ ਬਾਬਾ ਬੁੱਢਾ ਸਾਹਿਬ ਦੀ ਸਰਪ੍ਰਸਤੀ ਅਤੇ ਹਦਾਇਤ ਹਾਸਲ ਸੀ। ਇਹਨਾਂ ਵਿਵੇਕੀ ਸਿੱਖਾਂ ਨੇ ਚੰਦੂ ਦੀ ਗੱਲ ਉੱਪਰ ਜ਼ਰਤਾ ਭਰ ਵੀ ਯਕੀਨ ਨਾ ਕੀਤਾ। ਸਾਧ ਸੰਗਤ ਜੀ, ਹੁਣ ਅਗਾਂਹ ਪ੍ਰਕਰਨ ਕਿਵੇਂ ਚੱਲਿਆ? ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਗਵਾਲੀਅਰ ਦੇ ਕਿਲੇ ਵਿੱਚ ਕੈਦ ਨੇ। ਇਤਿਹਾਸ ਨੇ ਜ਼ਿਕਰ ਕੀਤਾ ਸਤਿਗੁਰਾਂ ਨੂੰ ਜਦੋਂ ਗਵਾਲੀਅਰ ਦੇ ਕਿਲੇ ਵਿੱਚ ਕੈਦ ਕੀਤਾ, ਅੰਮ੍ਰਿਤਸਰ ਤੋਂ ਗਵਾਲੀਅਰ ਤੱਕ ਮਹਾਰਾਜ ਜੀ ਦੇ ਨਾਲ ਕਈ ਸਿੱਖ ਵੀ ਗਏ, ਜਿਨ੍ਹਾਂ ਵਿੱਚੋਂ ਖਾਸ ਕਰਕੇ ਮਹਾਰਾਜ ਦੇ ਨਿਕਟਵਰਤੀ ਸਿੱਖਾਂ ਦਾ ਵੀ ਜ਼ਿਕਰ ਆਉਂਦਾ ਹੈ। ਮਹਾਰਾਜ ਨੇ ਉਹਨਾਂ ਨਿਕਟਵਰਤੀ ਸਿੱਖਾਂ ਨੂੰ ਸਤਿਗੁਰਾਂ ਨੇ ਹਦਾਇਤ ਕੀਤੀ, ਸਾਡੇ ਤੋਂ ਬਾਅਦ ਤੁਸੀਂ ਸਿੱਖ ਸ਼ਕਤੀ ਨੂੰ ਸੰਗਠਿਤ ਰੱਖਣਾ, ਸਿੱਖ ਸ਼ਕਤੀ ਨੂੰ ਖਿੰਡਣ ਨਹੀਂ ਦੇਣਾ। ਸਾਡੇ ਹੁਕਮਾਂ ਦੇ ਨਾਲ ਤੁਸੀਂ ਧੰਨ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਦੀ ਅਜ਼ਮਤ ਨੂੰ ਯਾਦ ਕਰਕੇ ਸੰਗਤ ਨੂੰ ਵੀਰ ਰਸ ਦੇ ਲਈ ਉਸ ਜੁਝਾਰੂ ਬਿਰਤੀ ਦੇ ਲਈ ਪ੍ਰੇਰਿਤ ਕਰਦੇ ਰਹਿਣਾ। ਇਸ ਗੱਲ ਨੂੰ, ਸਾਰੀ ਹੀ ਗੱਲ ਨੂੰ ਉਹਨਾਂ ਸਿੱਖਾਂ ਨੇ ਬਾਬਾ ਬੁੱਢਾ ਸਾਹਿਬ ਜੀ ਦੇ ਕੰਨੀ ਪਾਇਆ। ਹੁਣ ਬਾਬਾ ਬੁੱਢਾ ਸਾਹਿਬ ਜੀ ਨੂੰ ਜਦੋਂ ਸਾਰਾ ਗਿਆਤ ਹੋ ਗਿਆ ਕਿ ਮਹਾਰਾਜ ਉਸ ਕੈਦ ਵਿੱਚ ਚਲੇ ਗਏ ਨੇ ਜਿੱਥੋਂ ਆਮ ਬੰਦਾ ਮੁੜ ਕੇ ਵਾਪਸ ਨਹੀਂ ਆ ਸਕਦਾ, ਹੁਣ ਸਾਧ ਸੰਗਤ ਜੀ ਬਾਬਾ ਬੁੱਢਾ ਸਾਹਿਬ ਅਤੀਤ ਸਿੱਖ, ਮਹਾਨ ਸਿੱਖ ਸਾਧੂ ਬਾਬਾ ਬੁੱਢਾ ਸਾਹਿਬ ਜਿਨ੍ਹਾਂ ਨੇ 113 ਸਾਲ ਗੁਰੂ ਘਰ ਦੀ ਸੇਵਾ ਕੀਤੀ, 1518 ਤੋਂ ਲੈ ਕਰਕੇ ਸਨ 1539 ਈਸਵੀ ਤੱਕ 21 ਸਾਲ ਧੰਨ ਗੁਰੂ ਨਾਨਕ ਪਾਤਸ਼ਾਹ ਦੀ ਸੇਵਾ, 1539 ਤੋਂ ਲੈ ਕੇ 1552 ਈਸਵੀ ਤੱਕ 13 ਸਾਲ ਗੁਰੂ ਅੰਗਦ ਦੇਵ ਮਹਾਰਾਜ ਜੀ ਦੀ ਸੇਵਾ, 1552 ਤੋਂ ਲੈ ਕੇ 1574 ਈਸਵੀ ਤੱਕ 22 ਸਾਲ ਗੁਰੂ ਅਮਰਦਾਸ ਮਹਾਰਾਜ ਜੀ ਦੀ ਸੇਵਾ, 1574 ਤੋਂ ਲੈ ਕੇ 1581 ਤੱਕ 7 ਸਾਲ ਗੁਰੂ ਰਾਮਦਾਸ ਪਾਤਸ਼ਾਹ ਜੀ ਦੀ ਸੇਵਾ, 1581 ਤੋਂ ਲੈ ਕਰਕੇ ਸਨ 1606 ਤੱਕ 25 ਸਾਲ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਦੀ ਸੇਵਾ, 1606 ਤੋਂ ਲੈ ਕੇ ਸਨ 1631 ਈਸਵੀ ਤੱਕ 25 ਸਾਲ ਧੰਨ ਗੁਰੂ ਹਰਗੋਬਿੰਦ ਪਾਤਸ਼ਾਹ ਮਹਾਰਾਜ ਜੀ ਦੀ ਸੇਵਾ ਤੇ 6 ਗੁਰੂ ਸਾਹਿਬਾਨ ਦੇ ਗੁਰੂ ਰੂਪ ਵਿੱਚ ਦਰਸ਼ਨ ਦੀਦਾਰ ਤੇ ਗੁਰੂ ਤੇਗ ਬਹਾਦਰ ਮਹਾਰਾਜ ਤੇ ਗੁਰੂ ਹਰਿਰਾਏ ਪਾਤਸ਼ਾਹ ਜੀ ਦੇ ਬਾਲ ਰੂਪ ਵਿੱਚ ਦਰਸ਼ਨ ਦੀਦਾਰ ਬਾਬਾ ਬੁੱਢਾ ਸਾਹਿਬ ਨੇ ਕੀਤੇ। ਮਹਾਨ ਸਿੱਖ ਬਾਬਾ ਬੁੱਢਾ ਸਾਹਿਬ ਜੀ ਦੇ ਕੋਲ ਇਹ ਗੱਲ ਪੁੱਜੀ
ਉਹਨਾਂ ਨੇ ਆਖਿਆ ਕਿ ਮਹਾਰਾਜ ਜੀ ਦੀ ਇਸ ਕੈਦ ਦਾ ਰੋਹ ਹਰੇਕ ਸਿੱਖ ਮਾਤਰ ਦੇ ਹਿਰਦੇ ਦੇ ਵਿੱਚ ਉਕਰਨਾ ਚਾਹੀਦਾ। ਪੰਜਾਬ ਦੇ ਪਿੰਡ ਦੇ ਵਿੱਚ ਗੱਲ ਪੁੱਜਣੀ ਚਾਹੀਦੀ ਹੈ। ਬਾਬਾ ਬੁੱਢਾ ਸਾਹਿਬ ਜੀ ਨੇ ਧੰਨ ਗੁਰੂ ਹਰਗੋਬਿੰਦ ਪਾਤਸ਼ਾਹ ਨੂੰ ਯਾਦ ਕਰਕੇ ਸਿੱਖ ਕੌਮ ਦੇ ਮਸੰਦਾਂ ਦੇ ਰਾਹੀਂ ਜਿੱਥੇ ਵੀ ਸਿੱਖ ਕੌਮ ਵਸਦੀ ਸੀ, ਸਾਰੀ ਸਿੱਖ ਸੰਗਤ ਨੂੰ ਸ਼੍ਰੀ ਅਕਾਲ ਤਖਤ ਸਾਹਿਬ ਇਕੱਤਰ ਹੋਣ ਦਾ ਹੁਕਮ ਬਖਸ਼ਿਸ਼ ਕੀਤਾ। ਸੰਗਤਾਂ ਨੇ ਹੁਕਮ ਜੀ ਜਾਣ ਤੋਂ ਮਨ ਕਰਕੇ ਇਕੱਤਰਤਾ ਕੀਤੀ। ਬਾਬਾ ਬੁੱਢਾ ਸਾਹਿਬ ਜੀ ਨੇ ਪਖਾਵਜ ਗਲ ਵਿੱਚ ਪਾਇਆ। ਉਸ ਸਮੇਂ ਸਿੱਖੀ ਦਾ ਨਿਸ਼ਾਨ ਭਾਈ ਗੁਰਦਾਸ ਜੀ ਨੇ ਆਪਣੇ ਮੋਢੇ ਤੇ ਚੁੱਕਿਆ, ਹੱਥ ਵਿੱਚ ਫੜਿਆ। ਨਗਾਰਚੀਆਂ ਨੇ ਨਗਾਰੇ ਵਜਾਏ। ਬਾਬਾ ਬੁੱਢਾ ਸਾਹਿਬ ਨੇ ਗੁਰੂ ਅਰਜਨ ਦੇਵ ਮਹਾਰਾਜ ਜੀ ਦੀ ਬਾਣੀ ਦੇ ਸ਼ਬਦ ਪੜ੍ਹੇ ਤੇ ਸਭ ਤੋਂ ਪਹਿਲੀ ਵਾਰ ਸ਼ਬਦ ਚੌਂਕੀ ਸ਼੍ਰੀ ਦਰਬਾਰ ਸਾਹਿਬ ਦੀ ਹਦੂਦ ਅੰਦਰ ਪਰਿਕਰਮਾ ਕੀਤੀ ਗਈ, ਸੱਚਖੰਡ ਸ਼੍ਰੀ ਹਰਮੰਦਰ ਸਾਹਿਬ ਦੀ। ਫਿਰ ਸ਼੍ਰੀ ਅੰਮ੍ਰਿਤਸਰ ਸ਼ਹਿਰ ਦੀ ਪਰਿਕਰਮਾ ਕੀਤੀ ਗਈ। ਫਿਰ ਸਮੁੱਚੇ ਇਹਨਾਂ ਛੋਟੇ ਜਥੇ ਬਣਾ ਕਰਕੇ ਸ਼ਬਦ ਚੌਂਕੀਆਂ ਦੇ ਪੰਜਾਬ ਦੇ ਪਿੰਡਾਂ ਵਿੱਚ ਭੇਜੇ ਗਏ ਜਿੱਥੇ ਸਿੱਖ ਵਸਦੇ ਸਨ। ਇਸ ਤੋਂ ਬਾਅਦ ਜਦੋਂ ਪਿੰਡ ਦੇ ਵਿੱਚ ਸਤਿਗੁਰਾਂ ਦੀ ਇਸ ਕੈਦ ਹੋਣ ਦਾ ਪਤਾ ਸਿੱਖਾਂ ਨੂੰ ਲੱਗਾ, ਵੱਡਾ ਹਜੂਮ ਬਣਾ ਕਰਕੇ ਵੱਡੀ ਸ਼ਕਲ ਦੇ ਵਿੱਚ ਇੱਕ ਜਲੂਸ ਦੀ ਸ਼ਕਲ ਦੇ ਵਿੱਚ, ਜਲਾਓ ਦੀ ਸ਼ਕਲ ਦੇ ਵਿੱਚ ਸ਼ਬਦ ਚੌਂਕੀ ਅੰਮ੍ਰਿਤਸਰ ਸਾਹਿਬ ਤੋਂ ਗਵਾਲੀਅਰ ਰਵਾਨਾ ਹੋਈ। ਗਵਾਲੀਅਰ ਪਹੁੰਚ ਕਰਕੇ ਕਿਲੇ ਦੀ ਕੰਧ ਨੂੰ ਨਮਸਕਾਰ ਕੀਤੀ, ਪਰਿਕਰਮਾ ਕੀਤੀ। ਗੁਰੂ ਹਰਗੋਬਿੰਦ ਪਾਤਸ਼ਾਹ ਦਾ ਧਿਆਨ ਧਰ ਕੇ ਸਿੱਖ ਵਾਪਸ ਮੁੜ ਆਏ। ਇਹਨਾਂ ਵੈਰੀਆਂ ਨੇ ਜਿਨ੍ਹਾਂ ਸਤਿਗੁਰਾਂ ਨੂੰ ਕੈਦ ਕੀਤਾ, ਹਕੂਮਤ ਦੇ ਕਰਿੰਦਿਆਂ ਨੇ ਰੋਕਣ ਦਾ ਵੀ ਯਤਨ ਕੀਤਾ, ਪਰ ਉਹ ਅਤੀਤ ਸਿੱਖ ਬਾਬਾ ਬੁੱਢਾ ਸਾਹਿਬ ਦਾ ਪ੍ਰਭਾਵ, ਉਹਨਾਂ ਦਾ ਤਪ ਤੇਜ ਇੰਨਾ ਸੀ ਕਿ ਇਹ ਪ੍ਰਚਾਰ ਵਹੀਰ ਸ਼ਬਦ ਚੌਂਕੀ ਰੋਕ ਨਾ ਸਕੀ। ਹੁਣ ਇੱਧਰ ਜਦੋਂ ਪੰਜਾਬ ਦੇ ਪਿੰਡ ਵਿੱਚ ਇਤਜ਼ਾਜ਼ ਫੈਲ ਗਿਆ, ਮੁਰਤਜ਼ਾ ਖਾਨ ਦਾ ਰੋਬ ਕੁੱਲ ਮਿਲਾ ਕਰਕੇ ਜ਼ੀਰੋ ਮਾਤਰ ਰਹਿ ਗਿਆ, ਛਿਣ ਮਾਤਰ ਵੀ, ਮਿੱਟੀ ਦੀ ਧੂੜ ਜਿੰਨਾ ਵੀ ਨਾ ਰਹਿ ਗਿਆ। ਤੇ ਉਸ ਸਮੇਂ ਪੰਜਾਬ ਦੇ ਰਹਿਣ ਵਾਲੇ ਵੱਡੇ ਫਕੀਰ, ਜਿਨ੍ਹਾਂ ਵਿੱਚੋਂ ਸਾਈਂ ਮੀਆਂ ਮੀਰ, ਜਿਨ੍ਹਾਂ ਵਿੱਚੋਂ ਦਿੱਲੀ ਦਾ ਰਹਿਣ ਵਾਲਾ ਖਵਾਜਾ ਨਿਜ਼ਾਮੁਦੀਨ ਔਲੀਆ, ਤੇ ਇਸ ਸਮੇਂ ਦੇ ਦੌਰਾਨ ਬਾਦਸ਼ਾਹ ਜਹਾਂਗੀਰ, ਜਿਨੇ ਖੁਦ ਪੰਜਾਬ ਦੀ ਵਿਗੜਦੀ ਹੋਈ ਹਾਲਤ ਦੇਖੀ ਤੇ ਇੱਕ ਬੇਗੁਨਾਹ ਪੈਗੰਬਰ ਨੂੰ, ਧੰਨ ਗੁਰੂ ਹਰਗੋਬਿੰਦ ਪਾਤਸ਼ਾਹ ਮਹਾਰਾਜ ਜੀ ਨੂੰ ਕੈਦ ਕਰਨ ਦਾ ਪਾਪ ਉਹਦੇ ਦਿਮਾਗ ਅਤੇ ਦਿਲ ਉੱਪਰ ਹਾਵੀ ਹੋ ਗਿਆ। ਇਸ ਪਾਪ ਤੋਂ ਨਜਾਤ ਪਾਉਣ ਵਾਸਤੇ ਹੁਣ ਉਹ ਕੀ ਕਰਦਾ, ਆਪਣੀ ਛੋਟੀ ਬੇਗਮ ਨੂਰ ਜਹਾਨ ਦੇ ਹੱਥੋਂ ਸ਼ਰਾਬਾਂ ਪੀਂਦਾ। ਉਹਨੇ ਆਪਣੀ ਸਵੈ ਜੀਵਨੀ ਤੁਜਕੇ ਜਹਾਂਗੀਰੀ ਵਿੱਚ ਗੱਲ ਲਿਖੀ ਕਿ ਮੈਂ ਨੂਰ ਜਹਾਨ ਦੇ ਹੱਥੋਂ ਇੱਕ ਪਿਆਲੇ ਸ਼ਰਾਬ ਦੇ ਬਦਲੇ, ਕਿਉਂਕਿ ਤੁਜਕੇ ਜਹਾਂਗੀਰੀ ਫਾਰਸੀ ਚ ਹੈ, ਪੰਜਾਬੀ ਦਾ ਅਨੁਵਾਦ 6 ਮਹੀਨੇ ਪਹਿਲਾਂ ਹੋ ਚੁੱਕਾ, ਉਹ ਬਾਜ਼ਾਰ ਚੋਂ ਮਿਲ ਜਾਂਦਾ। ਉਹਨੇ ਲਿਖਿਆ, ਕਹਿੰਦਾ ਮੈਂ ਆਪਣੀ ਬੇਗਮ ਨੂਰ ਜਹਾਨ ਦੇ ਹੱਥੋਂ ਇੱਕ ਪਿਆਲੇ ਸ਼ਰਾਬ ਦੇ ਬਦਲੇ ਆਪਣਾ ਰਾਜ ਵੀ ਦੇ ਸਕਦਾ। ਇਹ ਹਾਲਤ ਹੋ ਚੁੱਕੀ ਸੀ ਜਹਾਂਗੀਰ ਦੀ। ਹੁਣ ਉਹਨੂੰ ਰਾਤ ਸੁਪਨੇ ਆਉਂਦੇ ਡਰਾਉਣੇ। ਮਹਾਕਵੀ ਸੰਤੋਖ ਸਿੰਘ ਨੇ ਲਿਖਿਆ, ਕਹਿੰਦੇ ਸਤਿਗੁਰਾਂ ਦੇ 5 ਹਜੂਰੀ ਸਿੱਖਾਂ ਦੇ ਵਿੱਚੋਂ ਭਾਈ ਜੇਠੇ ਨੇ ਸ਼ੇਰ ਦਾ ਰੂਪ ਧਾਰਿਆ ਤੇ ਸ਼ੇਰ ਦਾ ਰੂਪ ਧਾਰਨ ਕਰਕੇ ਬਾਦਸ਼ਾਹ ਜਹਾਂਗੀਰ ਨੂੰ ਸੁਪਨੇ ਦੇ ਵਿੱਚ ਡਰਾਇਆ, ਉਹਦੀ ਛਾਤੀ ਤੇ ਭਾਰ ਪਾਇਆ, ਉਹਦੀ ਛਾਤੀ ਤੇ ਭਾਰ ਪਾ ਕੇ ਆਖਿਆ, ਤੂੰ ਇੱਕ ਸੰਤ ਨੂੰ ਸਤਾਇਆ, ਤੇਰਾ ਅੰਤ ਮਾੜਾ ਹੋਵੇਗਾ। ਆਪਣੀ ਖੈਰ ਚਾਹੁੰਦਾ, ਆਪਣੇ ਰਾਜ ਦੀ ਜੜ ਪਹੁੰਚਾਉਣਾ ਚਾਹੁੰਦਾ ਤੇ ਗਵਾਲੀਅਰ ਦੇ ਕਿਲੇ ਵਿੱਚੋਂ ਮਹਾਨ ਆਤਮਾ ਨੂੰ ਰਿਹਾ ਕਰਦੇ ਆਓ ਤੱਕੀਏ। ਬਾਦਸ਼ਾਹ ਜਹਾਂਗੀਰ ਨੇ ਜਦੋਂ ਡਿੱਠਾ ਪੰਜਾਬ ਦੇ ਪਿੰਡ ਦੇ ਵਿੱਚ ਰੋਹ ਫੈਲ ਚੁੱਕਾ, ਪੰਜਾਬ ਤੋਂ ਇਲਾਵਾ ਗੈਰ ਸਿੱਖ, ਗੈਰ ਮੁਸਲਮਾਨ ਅਤੇ ਇਤਿਆਦ ਵੱਡੇ ਪੀਰਾਂ ਫਕੀਰਾਂ ਸੰਤਾਂ ਔਲੀਆਂ ਦੇ ਦਿਲਾਂ ਦੇ ਵਿੱਚ ਵੀ ਛੇਵੇਂ ਸਤਿਗੁਰਾਂ ਦੀ ਕੈਦ ਦਾ ਰੋਸ ਫੈਲ ਚੁੱਕਾ। ਬਾਦਸ਼ਾਹ ਜਹਾਂਗੀਰ ਨੂੰ ਹੁਣ ਦਿਨ ਵਿੱਚ ਚੈਨ ਤੇ ਰਾਤ ਨੂੰ ਨੀਂਦਰ ਨਾ ਪਏ। ਉਹਦੀ ਹਾਲਾਤ ਕੀ ਸਨ, ਉਹਦੇ ਹਾਲ ਕੀ ਸਨ, ਕਿਵੇਂ ਉਹਨੂੰ ਸੁਪਨੇ ਦੇ ਵਿੱਚ ਆ ਕਰਕੇ ਉਹਦੇ ਪਾਪ ਡਰਾਉਂਦੇ ਤੇ ਕੰਬਾਉਂਦੇ ਸਨ। ਢਾਡੀ ਜਥਾ ਇਉਂ ਬਿਣੇ ਕਰੇ। ਸੁਲਤਾਨ ਨੂੰ ਡਰ ਰਾਤੀ
ਆਇਆ। ਜੀ ਸੁੱਤੇ ਪਏ ਸੁਲਤਾਨ ਨੂੰ ਡਰ ਰਾਤੀ ਆਇਆ। ਹੋ ਜੰਗਲ ਦੇ ਵਿੱਚ ਸ਼ੇਰ ਨੇ ਜਵਾਨ ਦਬਾਇਆ। ਜੀ ਜੰਗਲ ਦੇ ਵਿੱਚ ਸ਼ੇਰ ਨੇ ਜਵਾਨ ਦਬਾਇਆ। ਹੋ ਆਵਾਜ਼ ਆਈ ਤੂੰ ਬਾਦਸ਼ਾਹ ਕੋਈ ਵਲੀ ਦੁਖਾਇਆ। ਜੀ ਆਵਾਜ਼ ਆਈ ਤੂੰ ਬਾਦਸ਼ਾਹ ਕੋਈ ਵਲੀ ਦੁਖਾਇਆ। ਹੋ ਬੰਦੀ ਅੰਦਰ ਬੇਗੁਨਾਹ ਕੋਈ ਸਾਧੂ ਪਾਇਆ। ਜੀ ਬੰਦੀ ਅੰਦਰ ਬੇਗੁਨਾਹ ਕੋਈ ਸਾਧੂ ਪਾਇਆ। ਓਏ ਉੱਪੜ ਵਾਹੇ ਉੱਠਿਆ ਅਕਬਰ ਦਾ ਜਾਇਆ। ਜੀ ਉੱਪੜ ਵਾਹੇ ਉੱਠਿਆ ਅਕਬਰ ਦਾ ਜਾਇਆ। ਹੋ ਸੋਚਾਂ ਦੇ ਵਿੱਚ ਪੈ ਗਿਆ ਚਿਹਰਾ ਕੁਮਲਾਇਆ। ਹੋ ਉਸ ਵਕਤ ਦੇ ਉਸ ਸਮੇਂ ਦੀ ਲੋਕਾਈ ਦੇ ਵੱਲੋਂ ਸਮਝੇ ਜਾਂਦੇ ਮਹਾਨ ਪ੍ਰਤਾਪੀ ਬਾਦਸ਼ਾਹ, ਸਾਡੇ ਵੱਲੋਂ ਮਹਾਨ ਨਹੀਂ, ਉਸ ਸਮੇਂ ਦੇ ਦੌਰਾਨ ਮੁਗਲਾਂ ਦੇ ਰਾਜ ਵਿੱਚ ਵਸਣ ਵਾਲੇ ਗੈਰ ਸਿੱਖ ਤੇ ਗੈਰ ਹਿੰਦੂਆਂ ਦੇ ਵੱਲੋਂ ਸਮਝੇ ਜਾਂਦੇ ਇਸ ਪ੍ਰਤਾਪੀ ਬਾਦਸ਼ਾਹ ਜਿਸ ਦਾ ਨਾਮ ਜਹਾਂਗੀਰ, ਜਿਹਦੇ ਆਪੋ ਅਜਦਾਦ 3 ਪੀੜ੍ਹੀਆਂ ਤੋਂ ਇਸ ਹਿੰਦੁਸਤਾਨ ਦੀ ਸਰਜ਼ਮੀਨ ਤੇ ਕਾਬਜ ਸਨ, ਜਿਹਦੇ ਆਪੋ ਅਜਦਾਦ ਦਾ ਤੇ ਇਸ ਜਹਾਂਗੀਰ ਦਾ ਕਾਬਲ ਤੋਂ ਲੈ ਕਰਕੇ ਤੇ ਪੂਰਬ ਦੇ ਇਸ ਹਦੂਦ ਤੱਕ ਜਿਸ ਦਾ ਹੁਕਮ ਚੱਲਦਾ ਸੀ, ਜਿਸ ਦਾ ਰਾਜ ਸਥਾਪਿਤ ਸੀ, ਧੰਨ ਗੁਰੂ ਹਰਗੋਬਿੰਦ ਪਾਤਸ਼ਾਹ ਮਹਾਰਾਜ ਜੀ ਦੀ ਇਸ ਮਹਾਨ ਕੌਮ, ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀ ਦੀ ਉਸ ਮਹਾਨ ਕੌਮ ਜਿਸ ਨੂੰ ਭਾਈ ਸੱਤਾ ਤੇ ਬਲਵੰਡ ਨੇ ਰਾਜ ਆਖਿਆ। ਨਾਨਕ ਰਾਜ ਚਲਾਇਆ ਸਚਕੋਟ ਸਤਾਨੀ ਨੀਵਦ ਹੈ। ਇਸ ਰਾਜਸੀ ਕੌਮ ਨੇ ਜੀਣਾ ਹਰਾਮ ਕਰ ਦਿੱਤਾ ਸੀ। ਉਹਦੀ ਮਾਨਸਿਕ ਦਸ਼ਾ ਤੇ ਉਹਦੀ ਉਸ ਸਮੇਂ ਦੀ ਅਧਿਆਤਮਿਕ ਦਸ਼ਾ ਦਾ ਵਰਣਨ ਢਾਡੀ ਸਿੰਘਾਂ ਨੇ ਆਪ ਜੀ ਦੇ ਨਾਲ ਕੀਤਾ। ਇੱਕ ਪਾਸੇ ਬਾਦਸ਼ਾਹ ਜਹਾਂਗੀਰ ਦੀ ਇਹ ਦਸ਼ਾ ਅਤੇ ਦਿਸ਼ਾ ਸੀ, ਦੂਸਰੇ ਪਾਸੇ ਗੁਰੂ ਅਰਜਨ ਦੇਵ ਪਾਤਸ਼ਾਹ ਮਹਾਰਾਜ ਜੀ ਦੀ ਸ਼ਹਾਦਤ ਦਾ ਵੱਡਾ ਕਾਰਨ ਪਾਪੀ ਚੰਦੂਓ ਦੀ ਦਸ਼ਾ ਕੀ ਸੀ? ਉਹ ਗੁਰੂ ਹਰਗੋਬਿੰਦ ਪਾਤਸ਼ਾਹ ਮਹਾਰਾਜ ਜੀ ਨੂੰ ਮਾਰਨ ਦੀਆਂ ਗੋਂਦਾਂ ਗੁੰਦ ਰਿਹਾ ਸੀ। ਉਹਨੇ ਇਸੇ ਹੀ ਸਮੇਂ ਦੇ ਦੌਰਾਨ ਇੱਕ ਗੋਂਦ ਗੁੰਦੀ
ਕੁਝ ਲੇਖਕਾਂ ਨੇ ਜ਼ਿਕਰ ਕੀਤਾ ਕਿ ਚੰਦੂ ਨੇ ਹਰੀ ਰਾਮ ਦਰੋਗੇ ਦੇ ਰਾਹੀਂ ਛੇਵੇਂ ਸਤਿਗੁਰਾਂ ਨੂੰ ਜ਼ਹਿਰ ਦੇਣ ਦੀ ਕੋਸ਼ਿਸ਼ ਕੀਤੀ। ਪ੍ਰਿੰਸੀਪਲ ਸਤਬੀਰ ਸਿੰਘ ਜੀ ਨੇ ਆਪਣੀ ਕਿਤਾਬ ਗੁਰ ਭਾਰੀ ਦੇ ਵਿੱਚ ਜ਼ਿਕਰ ਕੀਤਾ ਕਿ ਉਸ ਚੰਦੂ ਨੇ ਇੱਕ ਪੋਸ਼ਾਕ ਤਿਆਰ ਕਰਵਾਈ, ਆਪਣੇ ਆਪ ਵਿੱਚ ਢੋਂਗ ਰਚਾਇਆ ਕਿ ਮੈਂ ਛੇਵੇਂ ਸਤਿਗੁਰਾਂ ਦਾ ਸ਼ਰਧਾਲੂ ਆ, ਉਹਨਾਂ ਨੂੰ ਮੈਂ ਕੋਈ ਭੇਂਟ, ਕੋਈ ਵਸਤੂ ਭੇਂਟ ਕਰਨਾ ਚਾਹੁੰਦਾ। ਉਹਨੇ ਇੱਕ ਪੋਸ਼ਾਕ ਤਿਆਰ ਕਰਵਾਈ ਜਿਹਨੂੰ ਜ਼ਹਿਰ ਦੇ ਨਾਲ ਲੱਥਪੱਥ ਕੀਤਾ। ਉਹ ਜ਼ਹਿਰ ਜਿਹੜਾ ਖਾਣ ਦੇ ਵਿੱਚ ਤਾਂ ਚਾਹੇ ਜ਼ਹਿਰੀਲਾ ਘੱਟ ਹੈ, ਪਰ ਜਿਸਮ ਦੇ ਸੰਪਰਕ ਵਿੱਚ ਆਉਣ ਕਰਕੇ ਜਿਸਮ ਉੱਪਰ ਬਣੇ ਹੋਏ ਸੁਰਾਗਾਂ ਦੇ ਰਾਹੀਂ ਖੂਨ ਦੇ ਅੰਦਰ ਧੱਸ ਜਾਂਦਾ ਤੇ ਉਸ ਸੰਬੰਧਿਤ ਵਿਅਕਤੀ ਦੀ ਮੌਤ ਦਾ ਕਾਰਨ ਬਣ ਜਾਂਦਾ। ਚੰਦੂ ਨੇ ਇਹ ਗੋਂਦ ਗੁੰਦੀ ਅਜਿਹੀ ਪੋਸ਼ਾਕ ਸਵਾ ਕਰਕੇ ਉਸ ਨੂੰ ਜ਼ਹਿਰ ਦੇ ਨਾਲ ਲੱਥਪੱਥ ਕਰਕੇ ਗਵਾਲੀਅਰ ਪਹੁੰਚਾਈ। ਵਿੱਚ ਇੱਕ ਚਿੱਠੀ ਧਰੀ ਕਿ ਇਸ ਸਿੱਖਾਂ ਦੇ ਗੁਰੂ ਹਰਗੋਬਿੰਦ ਨੂੰ ਇਹ ਜੋ ਪੋਸ਼ਾਕ ਹੈ ਪਹਿਨਾਈ ਜਾਏ। ਇਹ ਚਿੱਠੀ ਲੱਗ ਗਈ ਦਰੋਗੇ ਹਰੀਦਾਸ ਦੇ ਹੱਥ। ਉਹ ਦਰੋਗਾ ਹਰੀਦਾਸ ਗੁਰੂ ਪਾਤਸ਼ਾਹ ਦਾ ਸ਼ਰਧਾਲੂ ਸੀ। ਚਿੱਠੀ ਪੜ੍ਹਦਿਆਂ ਸਾਰ ਹੀ ਅੱਖਾਂ ਦੇ ਵਿੱਚੋਂ ਖੂਨ ਉਤਰ ਆਇਆ। ਛੇਵੇਂ ਸਤਿਗੁਰਾਂ ਨੂੰ ਉਹਨਾਂ ਦੇ ਵਿਰੋਧੀ ਚੰਦੂ ਦੀ ਸਾਰੀ ਕਰਤੂਤ ਦਾ ਜ਼ਿਕਰ ਹਰੀਦਾਸ ਦਰੋਗੇ ਨੇ ਸੁਣਾਇਆ, ਪਰ ਨਿਰਭਉ ਤੇ ਨਿਰਵੈਰ ਛੇਵੇਂ ਸਤਿਗੁਰੂ ਮਹਾਰਾਜ ਅਡੋਲ ਚਿਤ ਰਹੇ। ਉਧਰ ਬਾਦਸ਼ਾਹ ਜਹਾਂਗੀਰ ਦੇ ਇਸ ਸਮੁੱਚੇ ਦਿਨ ਦਾ ਚੈਨ ਅਤੇ ਰਾਤਾਂ ਦੀ ਨੀਂਦ ਹਰਾਮ ਹੈ। ਉਹਦੀ ਇਸ ਦਿਨ ਦੇ ਚੈਨ ਅਤੇ ਰਾਤਾਂ ਦੀ ਹਰਾਮ ਹੋਈ ਨੀਂਦ ਨੂੰ ਵੇਖ ਕਰਕੇ ਉਹਦੀ ਛੋਟੀ ਬੇਗਮ ਨੂਰ ਜਹਾਨ ਨੇ ਇੱਕ ਮਤਾ ਪਕਾਇਆ ਕਿ ਕਿਉਂ ਨਾ ਜਿਹੜੇ ਸਾਈਂ ਮੀਆਂ ਮੀਰ ਦੀ ਮੈਂ ਸ਼ਰਧਾਲੂ ਆ, ਜਿਸ ਸਾਈਂ ਮੀਆਂ ਮੀਰ ਨੂੰ ਗੁਰੂ ਅਰਜਨ ਦੇਵ ਮਹਾਰਾਜ ਨੇ ਵੀ ਮਾਨ ਬਖਸ਼ਿਸ਼ ਕੀਤਾ, ਕਿਉਂ ਨਾ ਉਸ ਸਾਈਂ ਮੀਆਂ ਮੀਰ ਦੇ ਕੋਲ ਜਾ ਕਰਕੇ ਇਹ ਆਪਣੇ ਇਸ ਬਾਦਸ਼ਾਹ ਦੀ ਖਾਤਰ ਵਾਸਤੇ, ਉਹਦੀ ਇਸ ਅਰੋਗਤਾ ਵਾਸਤੇ ਕੋਈ ਨਾ ਕੋਈ ਉਪਾਅ ਕਰਾਂ। ਹੁਣ ਉਸ ਸਾਈਂ ਮੀਆਂ ਮੀਰ ਲਾਹੌਰ ਤੋਂ ਚੱਲੇ। ਲਾਹੌਰ ਤੋਂ ਚੱਲ ਕਰਕੇ ਉੱਥੇ ਦਿੱਲੀ ਪੁੱਜੇ। ਉੱਥੋਂ ਹਜ਼ਰਤ ਨਿਜ਼ਾਮੂਦੀਨ ਔਲੀਆ ਨੂੰ ਨਾਲ ਲਿਆ। ਹਜ਼ਰਤ ਨਿਜ਼ਾਮੂਦੀਨ ਔਲੀਆ ਦੀ ਦਰਗਾਹ ਤੇ ਆ ਕਰਕੇ ਬਾਦਸ਼ਾਹ ਜਹਾਂਗੀਰ ਅਤੇ ਨੂਰ ਜਹਾਂ ਉੱਥੇ ਆ ਕਰਕੇ ਮਿਲੇ। ਹੁਣ ਸਾਈਂ ਮੀਆਂ ਮੀਰ ਜੀ ਨੇ ਇੱਥੇ ਆਖਿਆ ਕਿ ਬਾਦਸ਼ਾਹ ਤੇਰੇ ਰੋਗ ਦਾ ਕਾਰਨ ਇਹ ਹੈ ਕਿ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਦੇ ਸੁਪੁੱਤਰ ਤੇ ਗੁਰੂ ਨਾਨਕ ਦੀ ਉਸ ਮਹਾਨ ਗੱਦੀ ਦੇ ਜ਼ਾਹਰੇ ਅਵਤਾਰ ਗੁਰੂ ਹਰਗੋਬਿੰਦ ਪਾਤਸ਼ਾਹ ਮਹਾਰਾਜ ਨੂੰ ਤੂੰ ਕੈਦ ਕੀਤਾ। ਆਪਣੀ ਖੈਰ ਚਾਹੁੰਦਾ ਤੇ ਛੇਵੇਂ ਸਤਿਗੁਰਾਂ ਨੂੰ ਰਿਹਾ ਕਰ। ਤੈਨੂੰ ਇੱਕ ਪਤੇ ਦੀ ਗੱਲ ਦੱਸਾਂ, ਜਦੋਂ ਵੀ ਕਿਤੇ ਸ਼ਾਮ ਨੂੰ ਜਦੋਂ ਵੀ ਮੈਂ ਉਸ ਅੱਲਾ ਦੇ ਵਿੱਚ ਆਪਣੀ ਸੁਰਤ ਜੋੜਦਾ ਤੇ ਇਸ ਜੁੜੀ ਹੋਈ ਸੁਰਤ ਦੇ ਨਾਲ ਜਦੋਂ ਮੈਂ ਅੱਲਾ ਦੀ ਦਰਗਾਹ ਵਿੱਚ ਪਹੁੰਚਦਾ ਤੇ ਮੈਂ ਅੱਲਾ ਦੀ ਦਰਗਾਹ ਵਿੱਚ ਮਹਾਨ ਸਤਿਗੁਰੂ ਦਾ ਦੀਦਾਰ ਕਰਦਾ। ਮਹਿਮਾ ਪ੍ਰਕਾਸ਼ ਨੇ ਬੜਾ ਸੁੰਦਰ ਲਿਖਿਆ, ਕਹਿੰਦੇ ਇਸ ਮਹਾਨ ਸਤਿਗੁਰੂ ਦਾ ਮੈਂ ਦੀਦਾਰ ਕਰਦਾ। ਹੁਣ ਬਾਦਸ਼ਾਹ ਜਹਾਂਗੀਰ ਦਾ ਅੰਦਰੋਂ ਮਨ ਨਾ ਮੰਨੇ, ਕਿਉਂਕਿ ਰਾਜਨੀਤਿਕ ਇਨਸਾਨ ਕਦੇ ਵੀ ਅਧਿਆਤਮਿਕਤਾ ਦੇ ਵਸ ਪੈ ਕਰਕੇ ਪੂਰਾ 100% ਜਾਂ ਕਹਿ ਲਓ ਕਿ 100% ਕਦੇ ਵੀ ਆਪਣੀ ਬਿਰਤੀ ਨੂੰ ਉਲਾਰ ਨਹੀਂ ਕਰ ਸਕਦਾ। ਉਹਦਾ ਮੱਥਾ ਤਾਂ ਠਣਕਿਆ, ਪਰ ਉਹਨੇ ਗੁਰੂ ਹਰਗੋਬਿੰਦ ਪਾਤਸ਼ਾਹ ਮਹਾਰਾਜ ਜੀ ਨੂੰ ਰਿਹਾ ਕਰਨ ਦਾ ਮਨ ਤਾਂ ਬਣਾਇਆ। ਸਾਈਂ ਮੀਆਂ ਮੀਰ ਦੇ ਕਹਿਣ ਉੱਪਰ ਉਸ ਨੇ ਆਪਣੇ ਦਰੋਗਿਆਂ ਦੇ ਰਾਹੀਂ ਗਵਾਲੀਅਰ ਦੇ ਕਿਲੇ ਵਿੱਚ ਹੁਕਮ ਭਿਜਵਾ ਦਿੱਤਾ ਕਿ ਛੇਵੇਂ ਸਤਿਗੁਰੂ ਨੂੰ ਰਿਹਾ ਕਰ ਦਿੱਤਾ ਜਾਵੇ। ਜਦੋਂ ਇਹ ਖਬਰ ਗੁਰੂ ਹਰਗੋਬਿੰਦ ਪਾਤਸ਼ਾਹ ਮਹਾਰਾਜ ਜੀ ਦੇ ਕੋਲ ਪੁੱਜੀ, ਸਤਿਗੁਰਾਂ ਨੇ ਆਖਿਆ ਮੈਂ ਇਕੱਲਾ ਰਿਹਾ ਨਹੀਂ ਹੋਵਾਂਗਾ। ਜਿਹੜੇ ਇੱਥੇ ਸਾਡੇ ਨਾਲ ਇਸੇ ਹੀ ਦੇਸ਼ ਦੀ ਪ੍ਰਜਾ ਤੇ ਸਾਡੇ ਨਾਲ ਬੇਗੁਨਾਹ ਕੁਝ ਰਾਜੇ, ਕੁਝ ਅਹਿਲਕਾਰ, ਜਿਨ੍ਹਾਂ ਨੇ ਹਕੂਮਤ ਦਾ ਕੁਝ ਵਿਗਾੜਿਆ ਵੀ ਨਹੀਂ, ਜਿਨ੍ਹਾਂ ਨੇ ਆਪਣੇ ਸਰੋਕਾਰਾਂ ਦੇ ਤਹਿਤ ਚਾਹੇ ਹਕੂਮਤ ਦਾ ਬਾਗੀਪੁਣਾ ਕੀਤਾ ਹੋਵੇ, ਉਹਨਾਂ ਨੂੰ ਵੀ ਰਿਹਾ ਕਰਨਾ ਮੈਂ ਲੋਚਦਾ ਹਾਂ। ਛੇਵੇਂ ਸਤਿਗੁਰਾਂ ਨੇ ਇਸ ਪਰਵਾਨੇ ਦਾ, ਇਸ ਅਹਿਦ ਦਾ ਵਾਪਸ ਜਵਾਬ ਭੇਜ ਦਿੱਤਾ, ਇਕੱਲੇ ਰਿਹਾ ਨਹੀਂ ਹੋਵਾਂਗੇ, ਬਾਕੀ ਰਾਜਿਆਂ ਨੂੰ ਵੀ ਰਿਹਾ ਕਰਵਾਵਾਂਗੇ। ਹੁਣ ਇਹਦੇ ਜਵਾਬ ਦੇ ਵਿੱਚ ਇੱਕ ਗੋਲਮੋਲ ਖਤ ਤੇ ਗੋਲਮੋਲ ਫਾਰਸੀ ਭਾਸ਼ਾ ਦੇ ਵਿੱਚ ਲਿਖਿਆ ਹੋਇਆ ਇੱਕ ਪਰਵਾਨਾ ਜਹਾਂਗੀਰ ਨੇ ਭੇਜਿਆ। ਉਹਦੇ ਉੱਪਰ ਲਿਖਿਆ ਕਿ ਗੁਰੂ ਹਰਗੋਬਿੰਦ ਪਾਤਸ਼ਾਹ ਮਹਾਰਾਜ ਜੀ ਨੂੰ ਕਹਿ ਦਿਓ, ਪੜ੍ਹ ਕੇ ਸੁਣਾ ਦਿਓ ਕਿ ਜਿੰਨੇ ਰਾਜੇ, ਜਿੰਨੇ ਕੈਦੀ ਉਹਨਾਂ ਦਾ ਪੱਲਾ ਫੜ ਕੇ ਨਿਕਲ ਸਕਦੇ ਨੇ, ਉਹਨਾਂ ਨੂੰ ਰਿਹਾ ਕਰ ਦਿੱਤਾ ਜਾਵੇਗਾ। ਜਦੋਂ ਗਿਣਤੀ ਕੀਤੀ ਤੇ ਇਹਨਾਂ ਕੈਦੀਆਂ ਦੀ ਗਿਣਤੀ 52 ਨਿਕਲੀ, ਜਿਨ੍ਹਾਂ ਦੇ ਵਿੱਚੋਂ ਕੁਝ ਰਾਜਪੂਤਾਨੇ ਦੇ ਰਾਜੇ ਸਨ, ਸਾਰੇ ਹੀ ਰਾਜੇ ਨਹੀਂ ਸਨ। ਕੁਝ ਰਾਜਪੂਤਾਨੇ ਦੇ ਰਾਜੇ ਸਨ, ਕੁਝ ਰਾਜਿਆਂ ਦੇ ਅਹਿਲਕਾਰ ਸਨ, ਕੁਝ ਰਿਆਸਤਾਂ ਦੇ ਸੈਨਾਪਤੀ ਸਨ, ਜਿਨ੍ਹਾਂ ਦੇ ਵਿੱਚੋਂ ਕਹਿਲੂਰਪਤੀ ਤਾਰਾ ਚੰਦ ਅਤੇ ਹੰਡੂਰ ਨਾਲਾਗੜ੍ਹਪਤੀ ਹਿੰਮਤ ਚੰਦ ਦਾ ਜ਼ਿਕਰ ਵਾਰ-ਵਾਰ ਆਉਂਦਾ, ਬੜੇ ਹੀ ਹੁਲਾਸ ਨਾਲ ਆਉਂਦਾ। ਗੁਰੂ ਹਰਗੋਬਿੰਦ ਪਾਤਸ਼ਾਹ ਮਹਾਰਾਜ ਜੀ ਨੇ ਜਦ ਬੰਦੀ ਇਹਨਾਂ ਰਾਜਿਆਂ ਨੂੰ ਰਿਹਾ ਕਰਵਾਇਆ ਤੇ ਮਹਾਕਵੀ ਭਾਈ ਸੰਤੋਖ ਸਿੰਘ ਜੀ ਇਸ ਘਟਨਾ ਨੂੰ ਬੜੇ ਸੁੰਦਰ ਤਰੀਕੇ ਨਾਲ ਬਿਆਨ ਕਰਦੇ ਨੇ। ਕਹਿੰਦੇ ਜਦੋਂ ਸਤਿਗੁਰਾਂ ਨੇ ਕੈਦੀਆਂ ਦੀ ਗਿਣਤੀ ਕੀਤੀ ਤੇ ਗਿਣਤੀ ਨਿਕਲੀ 52, ਤੇ ਇਸ ਕਿਲੇ ਦੇ ਅੰਦਰ ਹੀ ਜੋ ਇੱਕ ਕਾਰੀਗਰ ਸੀ, ਜੋ ਚੋਲੇ ਸੀ ਲੈਂਦਾ ਸੀ,
ਸਤਿਗੁਰਾਂ ਨੇ ਉਸ ਕਾਰੀਗਰ ਦੇ ਤਹਿਤ ਰਾਤੋਂ ਰਾਤ ਹੀ ਕਲੀਆਂ ਵਾਲਾ ਚੋਲਾ ਤਿਆਰ ਕਰਵਾਇਆ। ਪ੍ਰਿੰਸ ਗਿਆਨੀ ਸੰਤੋਖ ਸਿੰਘ ਜੀ, ਮਹਾਕਵੀ ਸੰਤੋਖ ਸਿੰਘ ਜੀ ਸੂਰਜ ਪ੍ਰਕਾਸ਼ ਗ੍ਰੰਥ ਦੇ ਅਨੁਸਾਰ ਹਵਾਲਾ ਇਹ ਹੈ ਕਿ ਉਸ ਚੋਲੇ ਦੀਆਂ ਜੋ ਕਲੀਆਂ ਸਨ ਉਹ ਕੁੱਲ ਮਿਲਾ ਕਰਕੇ 50 ਸਨ। ਉਹ ਦਰੋਗੇ ਹੱਸੇ ਕਿ ਸਤਿਗੁਰ ਜੀ ਉਹ ਕਲੀਆਂ ਤੇ 50 ਨੇ, 50 ਰਾਜੇ ਕਲੀਆਂ ਫੜ ਲੈਣਗੇ ਤੇ ਹੁਣ ਬਾਕੀ 2 ਰਾਜੇ ਕਿੱਧਰ ਜਾਣਗੇ। ਉਹਨਾਂ ਦੋਵਾਂ ਨੇ ਚੀਕ ਚਿਹਾੜਾ ਪਾਇਆ, ਪਿੱਟ ਦੁਹਾਈ ਪਾਈ, ਸਤਿਗੁਰੂ ਸਾਨੂੰ ਛੱਡ ਕੇ ਨਾ ਜਾਇਓ। ਕਹਿੰਦੇ ਜੇ ਉਸ ਚੋਲੇ ਨੂੰ ਜਦੋਂ ਸਤਿਗੁਰੂ ਮਹਾਰਾਜ ਨੇ ਆਪਣੀ ਛਾਤੀ ਦਾ ਤਾਣ ਲਾ ਕਰਕੇ ਕੱਸਿਆ ਤੇ ਜੋ ਛਾਤੀ ਵਾਲੇ ਪਾਸੇ ਜੋ ਤਣੀਆਂ ਸਨ ਉਹਨਾਂ ਤਣੀਆਂ ਨੂੰ 2 ਰਾਜਿਆਂ ਨੇ ਫੜਿਆ ਤੇ ਗਿਣਤੀ 52 ਮੁਕੰਮਲ ਹੋਈ। ਕੁੱਲ ਮਿਲਾ ਕਰਕੇ 52 ਰਾਜੇ ਧੰਨ ਗੁਰੂ ਹਰਗੋਬਿੰਦ ਪਾਤਸ਼ਾਹ ਮਹਾਰਾਜ ਜੀ ਨੇ ਰਿਹਾ ਕਰਵਾਏ। ਆਓ ਤੱਕੀਏ ਮਹਾਨ ਸਤਿਗੁਰੂ ਗੁਰੂ ਹਰਗੋਬਿੰਦ ਪਾਤਸ਼ਾਹ ਮਹਾਰਾਜ ਜੀ ਦੀ ਸ਼ਾਨ। ਸਤਿਗੁਰਾਂ ਦਾ ਡਲਕਵਾਂ ਮੱਥਾ, ਮੋٹے-ਮੋٹے ਨੇਤਰ, ਚੌੜੀ ਛਾਤੀ, ਭਰਵਾਂ ਜੁੱਸਾ, ਧੰਨ ਗੁਰੂ ਹਰਗੋਬਿੰਦ ਪਾਤਸ਼ਾਹ ਮਹਾਰਾਜ ਜੀ ਦਾ ਬੁਲੰਦ ਕੱਦ ਤੇ ਸਤਿਗੁਰਾਂ ਨੇ ਜਦ ਚੋਲਾ ਪਹਿਨਿਆ ਤੇ ਸਕਾਰ ਅਕਾਲ ਪੁਰਖ ਦਾ ਸਵਰੂਪ ਧੰਨ ਗੁਰੂ ਹਰਗੋਬਿੰਦ ਪਾਤਸ਼ਾਹ ਮਹਾਰਾਜ ਜਿਨ੍ਹਾਂ ਦਾ ਰੋਹ ਦੇਖ ਕਰਕੇ ਸਾਰੇ ਹੀ ਉਸ ਜੇਲ੍ਹ ਦੇ ਅਹਿਲਕਾਰਾਂ ਨੇ ਪਾਤਸ਼ਾਹ ਜੀ ਨੂੰ ਨਮਸਕਾਰ ਕੀਤੀ, ਅਦਬ ਆਪਣਾ ਪ੍ਰਗਟ ਕੀਤਾ। ਆਓ ਤੱਕੀਏ ਉਹ ਮਹਾਨ ਜੋਜ 52 ਰਾਜੇ ਸਤਿਗੁਰਾਂ ਦਾ ਜਾਮਾ ਪਕੜ ਕਰਕੇ ਜਿਵੇਂ ਰਿਹਾ ਹੋਏ। ਬੰਦੀ ਛੋੜ ਦਾਤੇ ਦੀ ਉਸਤਤ ਦੇ ਵਿੱਚ ਸਾਰੇ ਹੀ ਜਹਾਨ ਨੇ ਦਾਤੇ ਦਾ ਜਸ ਜਿਵੇਂ ਗਾਇਆ। ਢਾਡੀ ਜਥਾ ਸਮੁੱਚਾ ਪ੍ਰਕਰਨ ਇਉਂ ਬਿਨੇ ਕਰ।
ਸੀ ਜੋ ਦੁੱਖਾਂ ਦੀਆਂ ਪੱਠੀਆਂ ਦਿੱਤੀ ਰਹਿਮਤਾਂ ਦੀ ਠੰਡ ਵਰਤਾ ਸੀਤਲ ਇੱਥੋਂ ਦੇ ਜੰਜਾਲ ਕੱਟੇ ਸਾਹਿਬ ਨੇ ਦਿੱਤੀ ਜਮਾ ਵਾਲੀ ਕਾਣ ਵੀ ਮਿਟਾ ਹੋ ਕਰਮਾਂ ਵਾਲਿਓ ਹੋ ਧੰਨ ਸਾਹਿਬ ਸਤਿਗੁਰੂ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਨੇ 52 ਕੈਦੀ ਉਹ ਰਾਜੇ ਸਤਿਗੁਰਾਂ ਨੇ ਰਿਹਾ ਕਰਵਾਏ, ਬੰਦੀ ਛੋੜ ਦਾਤੇ। ਧੰਨ ਗੁਰੂ ਹਰਗੋਬਿੰਦ ਪਾਤਸ਼ਾਹ ਮਹਾਰਾਜ ਜੀ ਨੂੰ ਕਿਹਾ ਜਾਣ ਲੱਗਾ ਸਮੁੱਚੇ ਹੀ ਜਹਾਨ ਵੱਲੋਂ 27 ਮਹੀਨੇ ਸਤਿਗੁਰੂ ਗੁਰੂ ਸਾਹਿਬ ਛੇਵੇਂ ਸਤਿਗੁਰੂ ਮਹਾਰਾਜ ਜੀ ਗਵਾਲੀਅਰ ਦੇ ਕਿਲੇ ਵਿੱਚ ਕੈਦ ਰਹੇ। ਜੇਕਰ ਸਮਤਾਵਲੀ ਦੇ ਹਿਸਾਬ ਨਾਲ ਗੱਲ ਕਰੀਏ ਤੇ 1609 ਈਸਵੀ ਨੂੰ ਸ਼੍ਰੀ ਅਕਾਲ ਤਖਤ ਸਾਹਿਬ ਦੀ ਸੰਰਚਨਾ ਹੋਈ, ਸਿਰਜਣਾ ਸੰਪੂਰਨ ਹੋਈ ਤੇ ਕੁੱਲ ਮਿਲਾ ਕਰਕੇ ਅਗਸਤ 1610 ਈਸਵੀ ਦੇ ਅਗਸਤ ਮਹੀਨੇ ਸਤਿਗੁਰੂ ਛੇਵੇਂ ਪਾਤਸ਼ਾਹ ਮਹਾਰਾਜ ਜੀ ਗਵਾਲੀਅਰ ਦੇ ਕਿਲੇ ਵਿੱਚ ਕੈਦ ਹੋਏ ਅਤੇ ਸਨ 1612 ਈਸਵੀ ਦੇ ਅਕਤੂਬਰ ਮਹੀਨੇ ਦੇ ਅੰਤ ਦੇ ਦੌਰਾਨ ਸਤਿਗੁਰੂ ਮਹਾਰਾਜ ਗਵਾਲੀਅਰ ਦੇ ਕਿਲੇ ਵਿੱਚੋਂ ਰਿਹਾ ਹੋਏ। ਕੁੱਲ ਮਿਲਾ ਕਰਕੇ 27 ਮਹੀਨੇ ਜੋ 2 ਸਾਲ ਤੇ 3 ਮਹੀਨੇ ਦਾ ਸਮਾਂ ਹੈ, ਇਹ 27 ਮਹੀਨੇ ਦਾ ਸਮਾਂ ਬਣਦਾ ਹੈ। ਸਤਿਗੁਰੂ ਗੁਰੂ ਹਰਗੋਬਿੰਦ ਪਾਤਸ਼ਾਹ ਮਹਾਰਾਜ ਜਦੋਂ ਕਿਲੇ ਦੇ ਵਿੱਚੋਂ ਰਿਹਾ ਹੋਏ ਤੇ ਸਾਧ ਸੰਗਤ ਜੀ ਆਗਰੇ ਦੇ ਮੁਕਾਮ ਉੱਪਰ ਛੇਵੇਂ ਸਤਿਗੁਰੂ ਮਹਾਰਾਜ ਜੀ ਦੀ ਮੁਲਾਕਾਤ ਬਾਦਸ਼ਾਹ ਜਹਾਂਗੀਰ ਦੇ ਨਾਲ ਹੋਈ। ਇੱਥੇ ਹੀ ਇੱਕ ਉਹ ਘਾਹੀ ਦੀ ਸਾਖੀ ਵਾਲਾ ਵਰਤਾਰਾ ਵਾਪਰਿਆ ਜਦੋਂ ਇੱਕ ਗਰੀਬ ਘਾਹੀ ਗੁਰੂ ਹਰਗੋਬਿੰਦ ਪਾਤਸ਼ਾਹ ਮਹਾਰਾਜ ਜੀ ਦੀ ਸਾਹਮਣੇ ਘਾਹ ਦੀ ਪੰਡ ਭੇਟਾ ਲਿਆ ਕਰਕੇ ਧਰਦਾ। ਇੱਥੇ ਹੀ ਉਹ ਘਾਹੀ ਵਾਲਾ ਜੋ ਵਰਤਾਰਾ ਹੈ ਉਹ ਵਾਪਰਿਆ। ਕੁਝ ਇਤਿਹਾਸਕਾਰਾਂ ਨੇ ਲਿਖਿਆ ਹੈ ਕਿ ਬਾਦਸ਼ਾਹ ਜਹਾਂਗੀਰ ਇੱਥੋਂ ਹੀ ਪੰਜਾਬ ਵੱਲ ਨੂੰ ਛੇਵੇਂ ਸਤਿਗੁਰਾਂ ਦੇ ਨਾਲ ਜੋ ਉਸਨੇ ਚਾਲੇ ਪਾਏ, ਪਰ 1619 ਈਸਵੀ ਤੱਕ ਬਾਦਸ਼ਾਹ ਜਹਾਂਗੀਰ ਪੰਜਾਬ ਨਹੀਂ ਆਇਆ। ਇਹ ਪ੍ਰਿੰਸੀਪਲ ਸਤਬੀਰ ਸਿੰਘ ਜੀ ਦਾ ਕਹਿਣਾ ਹੈ। ਆਪਣਾ ਲੰਮਾ ਪੰਧ ਮਕਾ ਕਰਕੇ ਸਤਿਗੁਰ ਜੀ ਗਵਾਲੀਅਰ ਤੋਂ ਆਗਰੇ ਤੇ ਆਗਰੇ ਤੋਂ ਗੁਰੂ ਹਰਗੋਬਿੰਦ ਪਾਤਸ਼ਾਹ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਪੰਜਾਬ ਪੁੱਜੇ, ਸ਼੍ਰੀ ਅੰਮ੍ਰਿਤਸਰ ਸਾਹਿਬ ਦੀ ਧਰਤੀ ਤੇ ਆਏ। ਸਤਿਗੁਰਾਂ ਦੇ ਆਉਣ ਉੱਪਰ ਮਹਾਰਾਜ ਜੀ ਦੀ ਸਿੱਖ ਸੰਗਤ ਨੇ ਦੀਪਮਾਲਾ ਕੀਤੀ, ਖੁਸ਼ੀਆਂ ਮਨਾਈਆਂ ਤੇ ਸਾਧ ਸੰਗਤ ਜੀ ਕੁਝ ਸਮਾਂ ਸੰਗਤਾਂ ਦੀਆਂ ਅੱਖਾਂ ਨੂੰ ਦਰਸ਼ਨ ਦਿਦਾਰ ਦੇ ਕਰਕੇ ਸੰਗਤਾਂ ਦੀਆਂ ਅੱਖਾਂ ਨੂੰ ਦਰਸ਼ਨ ਦਿਦਾਰ ਦੇ ਕਰਕੇ ਸਤਿਗੁਰੂ ਹੁਣ ਲਾਹੌਰ ਵੱਲ ਨੂੰ ਰਵਾਨਾ ਹੋਏ, ਕਿਉਂਕਿ ਸਾਈਂ ਮੀਆਂ ਮੀਰ ਦੇ ਸੁਨੇਹੇ ਆ ਰਹੇ ਸਨ। ਲਾਹੌਰ ਦੀ ਸੰਗਤ ਦੇ ਵੀ ਸੁਨੇਹੇ ਆ ਰਹੇ ਸਨ ਕਿ ਪਾਤਸ਼ਾਹ ਸ਼੍ਰੀ ਅੰਮ੍ਰਿਤਸਰ ਸਾਹਿਬ ਦੀ ਧਰਤੀ ਨੂੰ ਤੁਸੀਂ ਆ ਕਰਕੇ ਭਾਗ ਲਾਏ ਨੇ, ਸਮਾਂ ਬਹੁਤ ਹੋ ਚੁੱਕਾ ਹੈ, ਤੁਸੀਂ ਆਓ। ਲਾਹੌਰ ਦੀ ਧਰਤੀ ਨੂੰ ਵੀ ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਜੀਓ ਆਪ ਜੀ ਆਪਣੇ ਚਰਨ ਪਰਸ ਕਰਕੇ ਤੇ ਸੁਪਾਗੀ ਬਣਾਓ। ਸਾਈਂ ਮੀਆਂ ਮੀਰ ਜੀ ਦੇ ਕੋਲ ਸਤਿਗੁਰੂ ਗੁਰੂ ਹਰਗੋਬਿੰਦ ਪਾਤਸ਼ਾਹ ਮਹਾਰਾਜ ਜੀ ਪਹੁੰਚੇ। ਸਾਈਂ ਮੀਆਂ ਮੀਰ ਨੇ ਆਦਰ ਕੀਤਾ, ਆਓ ਭਗਤ ਕੀਤੀ। ਇੱਥੇ ਸਾਈਂ ਮੀਆਂ ਮੀਰ ਜੀ ਦੇ ਕੋਲ ਹੋਰ ਵੀ ਕਈ ਔਲੀਏ, ਕਈ ਧਰਮਾਤਮਾ, ਕਈ ਨਾਥ, ਕਈ ਜੋਗੀ ਸਤਿਗੁਰਾਂ ਦੇ ਦਰਸ਼ਨ ਪਰਸਨ ਵਾਸਤੇ ਆਏ। ਇਸੇ ਸਮੇਂ ਦੇ ਦੌਰਾਨ ਲਾਹੌਰ ਦਾ ਦੀਵਾਨ ਚੰਦੂ ਜਿਸ ਨੇ ਬਾਬਾ ਬਿਧੀ ਚੰਦ ਜੀ ਨੇ ਜਿਸ ਨੂੰ ਬਾਬਾ ਬਿਧੀ ਚੰਦ ਜੀ ਨੇ ਇੱਕ ਸਮੇਂ ਲਾਹੌਰ ਦੀ ਜ਼ੂ ਵਿੱਚ ਲਿਆ।